ਹਰ ਸਾਲ ਹੀ ਜਦੋਂ ਸਨੋ ਪੈਂਦੀ ਆ, ਸਨੋ ਰਿਮੂਵਲ ਦਾ ਕੰਮ ਸ਼ੁਰੂ ਹੁੰਦਾ ਤੇ ਜਿਹੜੀਆਂ ਸਾਡੇ ਵਹੀਕਲ ਆਉਂਦੇ ਨੇ ਕਲੀਅਰ ਕਰਨ, ਉਹ ਜਦੋਂ ਬਲੇਡ ਦੇ ਨਾਲ ਸਾਫ਼ ਕਰਦੇ ਆ ਉਹ ਸੜਕਾਂ ਪਹਿਲਾਂ ਨਾਲੋਂ ਵੀ ਵੱਧ ਸਲਿਪਰੀ ਹੋ ਜਾਂਦੀ ਆ। ਹਾਂਜੀ, ਕਈ ਵਾਰੀ ਤਾਂ ਦੇਖਣ 'ਚ ਆਇਆ ਵੀ ਨਾਲ ਦੇ ਨਾਲ ਸੈਂਡਿੰਗ ਹੋ ਜਾਂਦੀ ਹੈ, ਪਰ ਕਈ ਵਾਰੀ ਸੈਂਡਿੰਗ ਨਾ ਹੋਣ ਕਰਕੇ ਸੜਕਾਂ ਤੇ ਖਾਸ ਕਰਕੇ ਜਿਹੜੇ ਇੰਟਰਸੈਕਸ਼ਨ ਨੇ ਜਾਂ ਸਟਾਪ ਸਾਈਨ ਨੇ ਉੱਥੇ ਇੰਨੀ ਕੁ ਸਲਿਪਰੀ ਹੋ ਜਾਂਦੀ ਆ ਕਿ ਕਈ ਵਾਰੀ ਸੈਂਕੜੇ ਐਕਸੀਡੈਂਟ ਜਿਹੜੇ ਹੋ ਜਾਂਦੇ ਨੇ, ਭਾਰੀ ਨੁਕਸਾਨ ਹੁੰਦਾ ਵਾ, ਪ੍ਰਾਪਰਟੀ ਦਾ ਵੀ ਕਈ ਵਾਰੀ ਜਾਨਾਂ ਦਾ ਵੀ ਹੋ ਜਾਂਦਾ। ਹਾਂਜੀ। ਸੋ ਇਹ ਸਾਰੇ ਜਿਹੜੇ ਐਕਸੀਡੈਂਟ ਵਗੈਰਾ ਹੁੰਦੇ ਨੇ ਇਹਦੇ ਵਾਸਤੇ ਸਿਟੀ ਦੀ ਕੋਈ ਲਾਇਬਿਲਿਟੀ, ਕੋਈ ਰਿਸਪੌਂਸਿਬਿਲਿਟੀ ਬਣਦੀ ਹੈ ਜੀ? ਸਿਟੀ ਦੀ ਰਿਸਪੌਂਸਿਬਿਲਿਟੀ ਇਹ ਹੈ ਜੀ, ਉਹਨਾਂ ਨੇ ਤੁਹਾਨੂੰ ਸੇਫ ਰੋਡ ਜਿਹੜੇ ਪ੍ਰੋਵਾਈਡ ਕਰਨੇ ਆ ਜੀ। ਸੇਫ ਦਾ ਮਤਲਬ ਇਹ ਨਹੀਂ ਵੀ ਜ਼ੀਰੋ ਕੋਲੀਜਨ, ਬਿਲਕੁਲ ਮਿਨੀਮਮ ਨੰਬਰ ਆਫ ਕੋਲੀਜਨ ਜੀ। ਤੇ ਉਹ ਹਾਂ ਤੁਹਾਡੀ ਗੱਲ ਇਹ ਠੀਕ ਹੈ, ਕਈ ਵਾਰੀ ਜਿਹੜੇ ਆ ਜਦੋਂ ਜਿਹੜੇ ਬਲੇਡ ਜਾਂ ਲਗਾ ਦਿੰਦੇ ਆ ਤੇ ਮੁੜ ਕੇ ਬਾਅਦ ਦੇ ਵਿੱਚ ਸਲਿੱਪਰੀ ਹੋ ਜਾਂਦੀ ਜ਼ਿਆਦਾ ਹੋ ਜਾਂਦੀ ਸੀ। ਹਾਂਜੀ, ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਹੈ ਵੀ ਨਹੀਂ ਹੋਵੇ ਜ਼ਿਆਦਾ, ਕਿਉਂਕਿ ਤੁਹਾਡੇ ਜਿਹੜੇ ਨਾਗਰਿਕ ਹੈ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦਾ ਜਿਹੜਾ ਜ਼ਿੰਮੇਵਾਰੀ ਹੈ, ਬਿਲਕੁਲ ਜ਼ਿੰਮੇਵਾਰੀ ਹੈ। ਜਿੱਦਾਂ ਐਪਕੋਰ ਦੇ ਬਿੱਲ ਆਉਂਦੇ ਨੇ ਜਾਂ ਐਟਕੋ ਦੇ ਬਿੱਲ ਆਉਂਦੇ ਨੇ, ਉਹਦੇ ਵਿੱਚ ਵੇਸਟ ਜਾਂ ਗਾਰਬੇਜ ਦੇ ਬਿੱਲ ਲੱਗੇ ਹੁੰਦੇ ਨੇ। ਹਾਂਜੀ, ਕੀ ਇਹ ਅਲੱਗਾ ਬਿੱਲ ਹੋਣਗੇ ਜਾਂ ਉਹਦੇ ਅੰਡਰ ਹੀ ਕਵਰ ਹੋਏਗਾ? ਕਿਉਂਕਿ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਵੀ ਕਿਤੇ ਨਵਾਂ ਟੈਕਸ ਤਾਂ ਨਹੀਂ ਸਿਟੀ ਲਾਉਣ ਲੱਗੀ? ਨਹੀਂ ਜੀ, ਇਹ ਨਵਾਂ ਟੈਕਸ ਨਹੀਂ ਹੈਗਾ, ਇਹ ਜਿਹੜੇ ਬਿੱਲ ਆ ਇਹ ਉਹਦੇ ਵਿੱਚ ਹੀ ਆਉਣੇ ਆ। ਜੀ, ਜਿਹੜਾ ਐਪਕੋ ਦਾ ਤੁਹਾਨੂੰ ਬਿੱਲ ਆਉਂਦਾ ਆ ਉਹਦੇ ਵਿੱਚ ਹੀ ਜਿਹੜੇ ਆ ਜਿੱਦਾਂ ਇਲੈਕਟ੍ਰਿਕ ਚਾਰਜਸ, ਇਲੈਕਟ੍ਰਿਸਿਟੀ ਚਾਰਜਸ ਹੁੰਦੇ ਆ, ਪਾਣੀ ਦੇ ਚਾਰਜਸ, ਇਹ ਭਾਵੇਂ ਜਿਹੜੀ ਡਿਪਾਰਟਮੈਂਟ ਆ ਸਿਟੀ ਰਨ ਕਰਦੀ ਆ ਤੇ ਪਰ ਉਹਦਾ ਜਿਹੜਾ ਆ ਜਿਹੜਾ ਕਹਿ ਲਓ ਬਿੱਲ ਆ ਉਹ ਸਾਰਾ ਐਪਕੋ ਦੇ ਥਰੂ ਆ। ਠੀਕ ਹੈ, ਉਹੀ ਬਿੱਲ ਆ। ਠੀਕ ਹੈ। ਔਰ ਇਹਦੇ ਵਿੱਚ ਤੁਸੀਂ ਛੋਟਾ ਜਾਂ ਵੱਡਾ ਜਿਹੜਾ ਵਾ ਕਾਰਡ ਆਪਣੀ ਲੋੜ ਦੇ ਅਨੁਸਾਰ ਚੂਜ਼ ਕਰ ਸਕਦੇ ਜੀ? ਹਾਂਜੀ, ਉਹ ਕਰ ਸਕਦੇ ਆ ਤੇ ਤਕਰੀਬਨ $4.5 ਦਾ ਫਰਕ ਹੈ। ਜੇ ਤੁਸੀਂ 120 ਲੀਟਰ ਦਾ ਲੈਨੇ ਆ, ਜੇ 240 ਦਾ ਤਾਂ ਥੋੜਾ ਜਿਹਾ ਜ਼ਿਆਦਾ। ਜਿਹੜਾ ਛੋਟਾ ਵਾ ਉਹਦਾ 43 ਕਿਲੋ ਦਾ। ਮੇਨ ਆਈਡੀਆ ਇਸ ਸਾਰੇ ਪ੍ਰੋਗਰਾਮ ਦਾ ਇਹ ਆ ਵੀ ਜਿਹੜੀ ਗਾਰਬੇਜ ਡਿਸਪੋਜ਼ਲ ਆ ਉਹ 90% ਜਿਹੜੀ ਆ ਉਹ ਰੀਸਾਈਕਲ ਹੋ ਸਕੇ, ਉਹ ਗਾਰਬੇਜ ਲੈਂਡਫਿਲ ਨੂੰ ਨਾ ਜਾਵੇ। ਮਨਜੀਤ ਸਿੰਘ ਫਿਰੋਮਣ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ, ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਤੁਹਾਨੂੰ ਐਡਮਿੰਟਨ ਸ਼ਹਿਰ ਦੇ ਲੋਕਲ ਟ੍ਰੇਨਰ ਨਾਲ ਮਿਲਾਉਂਦੇ ਹਾਂ, ਉੱਥੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ, ਚਾਹੇ ਉਹ ਫੈਡਰਲ ਲੈਵਲ ਦੇ ਹੋਣ, ਪ੍ਰੋਵਿੰਸ਼ੀਅਲ ਦੇ ਹੋਣ ਜਾਂ ਮਿਊਨਿਸਪਲ ਲੈਵਲ ਦੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਈ ਜਾਵੇ। ਸੋ ਅੱਜ ਸਾਡੇ ਸਟੂਡੀਓ ਵਿੱਚ ਐਡਮਿੰਟਨ ਸ਼ਹਿਰ ਦੀ ਵਾਰਡ ਨੰਬਰ 12 ਦੇ ਰਿਪਰੈਜ਼ੈਂਟੇਟਿਵ ਸਰਦਾਰ ਮਹਿੰਦਰ ਸਿੰਘ ਬੰਗਾ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮੋਹ ਬੰਗਾ ਵੀ ਕਹਿ ਦਿੰਦੇ ਹਾਂ, ਪਹੁੰਚੇ ਹਨ। ਆਓ ਜੀ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਂਦੇ ਹਾਂ। ਬੰਗਾ ਸਾਹਿਬ ਜੀ ਆਇਆਂ ਨੂੰ। ਬੜੀ ਮਿਹਰਬਾਨੀ ਜੀ। ਟੀਵੀ ਨੈਸ਼ਨਲ ਦੇਖਣ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਇੱਥੇ ਸੱਦਿਆ ਅਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਅਦਾਵਤ ਹੋ, ਜੋ ਕੁਛ ਵੀ ਕਿਸੇ ਨੂੰ ਆਪੋ ਆਪਣੀ ਸ਼ਰਧਾ ਦੇ ਹਿਸਾਬ ਨਾਲ ਹੁੰਦਾ। ਹਾਂਜੀ, ਪਲੀਜ਼ ਐਕਸੈਪਟ ਇਟ। ਬੰਗਾ ਸਾਹਿਬ, ਨੈਚੁਰਲੀ ਜੀ ਅਸੀਂ ਤਾਂ ਤੁਹਾਨੂੰ ਬੁਲਾਉਣਾ ਹੀ ਹੈ। ਜਿਹੜੇ ਵੀ ਸਾਡੇ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਉਹ ਨੈਸ਼ਨਲ ਲੈਵਲ ਦੇ ਹੋਣ, ਪ੍ਰੋਵਿੰਸ਼ੀਅਲ ਹੋਣ ਜਾਂ ਮਿਊਨਿਸਪਲ ਹੋਣ, ਉਹਨਾਂ ਨੂੰ ਅਸੀਂ ਬੁਲਾ ਕੇ ਸਾਡੇ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਤੁਹਾਡੇ ਵੋਟਰਸ ਨੇ, ਉਹਨਾਂ ਦੇ ਸਨਮੁਖ ਕਰਾਉਣਾ ਸਾਡਾ ਫਰਜ਼ ਬਣਦਾ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ ਕਿ ਬੰਗਾ ਸਾਹਿਬ, ਤੁਸੀਂ 2 ਵਾਰੀ ਵਾਰਡ ਨੰਬਰ 12 ਦੇ ਵਿੱਚੋਂ ਐਜ਼ ਏ ਕਾਉਂਸਲਰ ਚੁਣੇ ਜਾ ਚੁੱਕੇ ਜੀ। ਹਾਂਜੀ, ਲੋਕਾਂ ਨੇ ਬਹੁਤ ਪਿਆਰ ਦਿੱਤਾ, ਬਹੁਮਤ ਦੇ ਨਾਲ ਤੁਹਾਨੂੰ ਜਿਤਾਇਆ ਦੋਨੋਂ ਵਾਰੀ। ਹਾਂਜੀ। ਸੋ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਕਿ ਐਜ਼ ਏ ਕਾਉਂਸਲਰ ਤੁਹਾਡੀਆਂ ਅਚੀਵਮੈਂਟਸ ਕੀ ਰਹੀਆਂ, ਉਪਲਬਧੀਆਂ ਕੀ ਰਹੀਆਂ, ਤੁਸੀਂ ਸਿਟੀ ਵਾਸਤੇ ਜਾਂ ਆਪਣੀ ਵਾਰਡ ਵਾਸਤੇ ਕੀ ਕੀ ਕੰਮ ਕੀਤੇ? ਹਾਂਜੀ, ਜਿਹੜੀ ਪਹਿਲਾਂ ਜਿਹੜਾ ਕਾਉਂਸਲਰ ਆ ਵਾਰਡ ਦੇ ਵਿੱਚ ਜ਼ਰੂਰ ਉਹਨੂੰ ਇਲੈਕਟ ਜ਼ਰੂਰ ਕਰਦੇ ਆ, ਪਰ ਉਹਦੀ ਜੌਬ ਜਿਹੜੀ ਸਿਟੀ ਵਾਈਡ ਹੁੰਦੀ ਆ। ਬਿਲਕੁਲ। ਅਤੇ ਮੇਰੀ ਜਿਹੜੀ ਕੰਟਰੀਬਿਊਸ਼ਨ ਆ ਸਿਟੀ ਵਾਈਡ, ਉਹ ਇਸ ਤਰ੍ਹਾਂ ਆ ਵੀ ਜਿਹੜੀ ਸੇਫਟੀ ਐਂਡ ਸਿਕਿਉਰਿਟੀ, ਕਿਉਂਕਿ ਮੇਰਾ ਪਹਿਲਾਂ ਵੀ ਐਕਸਪੀਰੀਅੰਸ ਸੀਗਾ ਜੀ, ਉਹ ਉਹਦੇ ਨਾਲ ਕਾਫੀ ਫਾਇਦਾ ਹੋਇਆ ਅਤੇ ਨਾਲ ਉਹਦੇ ਨਾਲ ਇੰਪਲੀਮੈਂਟੇਸ਼ਨ ਵੀ ਕਾਫੀ ਹੋਈਆਂ। ਅਤੇ ਬਾਕੀ ਜਿਹੜੇ ਵਾਰਡ ਲੈਵਲ 'ਤੇ ਜਿਹੜੇ ਛੋਟੇ ਛੋਟੇ ਪ੍ਰੋਜੈਕਟ ਆ, ਚਾਹੇ ਉਹ ਹਜੇ ਕੰਪਲੀਟ ਨਹੀਂ ਹੋਏ, ਕਿਉਂਕਿ ਪਰ ਉਹ ਸ਼ੁਰੂ ਹੋ ਚੁੱਕੇ ਆ, ਜਿਵੇਂ ਕਿ
ਆਪਣੇ ਕਹਿ ਲਓ 99 ਸਟਰੀਟ ਦਾ ਜਾਂ ਪਾਰਸਨਸ ਰੋਡ ਦਾ ਜਿਹੜਾ ਜੀ। ਵਾਈਡਨਿੰਗ ਉਹ ਆ, ਤੇ ਆਪਣੇ ਜਿਹੜੇ ਹੋਰ ਜਿਹੜੇ ਪ੍ਰੋਜੈਕਟ ਐਡਵਾਂਸ ਹੁੰਦੇ, ਜਿਵੇਂ ਕਿ ਕਹਿ ਲਓ LRT ਦਾ ਗਾਹਾਂ ਸਟੱਡੀ ਆ, ਉਹ ਫਰੋਮ ਜਿਹੜੀ ਹੈ ਦੂਜੇ ਤੋਂ ਆਪਣੇ ਮਿਲਵੁੱਡ ਤੋਂ ਗਾਹਾਂ ਜਿਹੜੀ ਜਾਣੀ ਆ, ਚਾਹੇ ਕਾਫੀ ਉਹ ਵੱਡਾ ਹਜੇ project ਬਣਿਆ ਹੈ। ਕੁਛ ਨਹੀਂ, ਪਰ ਉਹ ਥਿੰਕਿੰਗ ਉਸ ਲਾਈਨ ਤੇ ਸਟਾਰਟਿੰਗ ਹੋ ਗਈ ਆ। ਕਾਫੀ ਤੇਜ਼ੀ ਨਾਲ ਚੱਲ ਰਿਹਾ, ਮੈਨੂੰ ਲੱਗਦਾ ਵੀ ਜਲਦੀ ਉਹ ਕੰਪਲੀਟ ਹੋ ਜਾਏਗਾ ਪ੍ਰੋਜੈਕਟ। ਹਾਂਜੀ, ਤੇ ਉਹ ਜਿੱਦਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਆ, ਉਹਨਾਂ ਦੀ ਫਰੂਟੂਏਸ਼ਨ ਨੂੰ ਤਾਂ ਬਹੁਤ ਟਾਈਮ ਲੱਗਦਾ ਜੀ। ਪਰ ਉਹ ਜਿਹੜੀ ਆ ਫਰੂਸ਼ਨ ਕਰਨ ਲਈ ਜਿਹੜਾ ਕੰਮ ਆ, ਕਈ ਵਾਰੀ ਉਹ ਬੰਦੇ ਉੱਥੋਂ ਨਹੀਂ ਹੁੰਦੇ। ਕਦੇ ਦੇਖਿਆ ਨਾ, ਗਵਰਨਮੈਂਟਾਂ ਚੇਂਜ ਹੋ ਜਾਂਦੀਆਂ, ਜੀ, ਜੀ। ਦੂਜੇ ਕਾਉਂਸਲਰ ਚੇਂਜ ਹੋ ਜਾਂਦੇ, ਨੁਮਾਇੰਦੇ ਚੇਂਜ ਹੋ ਜਾਂਦੇ ਆ। ਉਹ ਜਿਹੜੇ ਆ ਕਈ ਵਾਰੀ what you do is usually not you're there to see Definitely, as the ਬਿਲਕੁਲ। same capacity। ਨਹੀਂ, ਬਿਲਕੁਲ ਜੀ। ਕਈ ਵਾਰੀ ਆਪਾਂ ਅਕਸਰ ਪਿੰਡਾਂ ਵਿੱਚ ਵੀ ਗੱਲ ਕਰਦੇ ਸੀ ਇੰਡੀਆ ਵਿੱਚ, ਕਿ ਬੂਟਾ ਲਾ ਦਿੱਤਾ ਵਾ, ਫਲ ਪਤਾ ਨਹੀਂ ਅਸੀਂ ਖਾਂਦੇ ਆ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਖਾਣਗੀਆਂ। ਹਾਂਜੀ। ਸੋ ਡੈਫੀਨੇਟਲੀ ਤੁਸੀਂ ਬੂਟੇ ਲਗਾਏ ਹੋਏ ਨੇ, ਔਰ ਜਿਹੜੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਡੈਫੀਨੇਟਲੀ ਇਹਨਾਂ ਦੇ ਬੈਨੀਫਿਟਸ ਵੀ ਹੋਣਗੇ। ਹਾਂਜੀ, ਤੇ ਉਹ ਆਈਡੀਆ ਇਹੀ ਹੈ ਜੀ, ਜਿਹੜਾ ਅਸੀਂ ਇੱਕ ਦਿਨ ਲਈ ਨਹੀਂ ਰਹਿੰਦੇ ਪਏ। ਅੱਜ ਦਾ ਜਿਹੜਾ ਜੇ ਸੋਚੋ, ਜੀ। ਵੀ ਆਰ ਥਿੰਕਿੰਗ 40-50 years down the road। ਰਾਈਟ ਨਾਓ ਜਿਹੜੀ ਸਿਟੀ ਪਲਾਨਸ ਆ, ਜੀ। ਦੇ ਆਰ ਬੀਇੰਗ ਪਲਾਨਡ ਫॉर ਕਹਿ ਲਓ ਤੁਸੀਂ, ਉਹਨਾਂ ਦੀ ਜਿਹੜੀ ਪਲਾਨ ਹੋ ਰਹੀ ਆ, ਉਹ 2050 ਤੱਕ ਹੋ ਰਹੀ ਆ। ਜੀ, ਜੀ। ਤੇ ਉਹਦੇ ਲਈ ਲੈਂਡ ਵੀ ਚਾਹੀਦੀ ਆ, ਉਹਦੇ ਲਈ Finance ਵੀ ਚਾਹੀਦੇ ਆ, ਬਿਲਕੁਲ। ਫਾਈਨੈਂਸਸ ਚਾਹੀਦੇ ਆ, ਤੇ ਉਹਨਾਂ ਦੀ ਸਟੱਡੀ ਵੀ ਕਰਨੀ ਪੈਣੀ ਪਹਿਲਾਂ। ਬਿਲਕੁਲ। ਤੇ ਜਿੱਦਾਂ ਜਿਹੜੀ ਇਹ ਜਿਹੜਾ ਗੈਸਟੀਮੇਟ ਆ, ਇਹ ਐਸਟੀਮੇਟ ਕਹਿ ਲਓ, ਇਹ ਹੈਗਾ 2050 ਤੱਕ ਤਕਰੀਬਨ ਐਡਮਿੰਟਨ ਦੇ ਵਿੱਚ 2 ਮਿਲੀਅਨ ਪੀਪਲ ਹੋਣੇ ਆ। ਕੀ ਬਾਤ ਹੈ ਜੀ, ਕੀ ਬਾਤ ਹੈ। ਜੀ। ਤੇ ਬੰਗਾ ਸਾਹਿਬ, ਜਿਹੜੇ ਇਲੈਕਸ਼ਨਸ ਦੀ ਗੱਲ ਕਰੀਏ, ਅਕਤੂਬਰ 2021 ਨੂੰ ਜਿਹੜੀ ਮਿਊਨਿਸਪੈਲਿਟੀ ਦੇ ਇਲੈਕਸ਼ਨ ਹੋਣ ਜਾ ਰਹੇ ਨੇ, ਤੇ ਬੰਗਾ ਸਾਹਿਬ ਦਾ ਕੀ ਪਲਾਨ ਆ? ਨੋਮੀਨੇਸ਼ਨ ਪੇਪਰ ਭਰਤੇ ਨੇ ਜਾਂ ਭਰਨ ਵਾਲੇ ਜੇ, ਜਾਂ ਐਜ਼ ਅ ਮੇਅਰ ਤਾਂ ਨਹੀਂ ਇਲੈਕਸ਼ਨ ਲੜਨ ਦਾ ਵਿਚਾਰ ਬਣਿਆ? ਫਰਸਟ ਆਫ ਆਲ, ਮੈਨੂੰ ਜਿਹੜਾ ਤੁਹਾਡਾ ਲਾਸਟ ਕੁਐਸਚਨ ਹੈ, ਉਹਦਾ ਜਵਾਬ ਮੈਂ ਪਹਿਲਾਂ ਦੇ ਦਿੰਦਾ ਜੀ। ਐਜ਼ ਏ ਮੇਅਰ ਲੜਨ ਦਾ ਮੇਰਾ ਕੋਈ ਵਿਚਾਰ ਨਹੀਂ। ਮੈਂ ਤਾਂ ਪੁੱਛਿਆ ਜੀ, ਕਿਉਂਕਿ ਕਾਫੀ ਸਿਟਿੰਗ ਕਾਉਂਸਲਰ ਨੇ, ਉਹਨਾਂ ਨੇ ਐਜ਼ ਅ ਮੇਅਰ ਲੜਨ ਦੇ ਜਿਹੜੇ ਨੋਮੀਨੇਸ਼ਨ ਪੇਪਰ ਭਰ ਚੁੱਕੇ ਨੇ। ਹਾਂਜੀ ਜੀ। ਤੇ ਬਾਕੀ ਐਜ਼ ਅ ਕਾਉਂਸਲਰ, ਯੈਸ, ਆਮ ਰਨਿੰਗ ਫॉर a council seat। ਜੀ। ਬਟ ਦਿਸ ਇਜ਼ ਨਾਟ, ਇਹ ਜਿਹੜੀ ਆ ਅਫੀਸ਼ੀਅਲ ਅਨਾਉਂਸਮੈਂਟ ਨਹੀਂ ਹੈਗੀ। ਅੱਛਾ ਜੀ। ਤੇ ਇਹ ਜਿਹੜੀ ਆ ਲੋਕਾਂ ਨੂੰ ਥੋੜਾ ਚਿਰ ਬਾਅਦ ਜਿਹੜੀ ਆ ਡਿਸਕਲੋਜ਼ ਕਰੋਗੇ? ਡਿਸਕਲੋਜ਼ ਕਰਾਂਗੇ ਜੀ। ਤੇ ਬੰਗਾ ਸਾਹਿਬ, ਆਪਣੇ ਹਲਕੇ ਦੇ ਨਾਲ ਰਿਲੇਟਡ ਇੱਕ ਦੋ ਅਹਿਮ ਗੱਲਾਂ ਬਾਤਾਂ ਹੋਈਆਂ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ, ਕੁਝ ਚੰਗੀਆਂ ਨੇ, ਕੁਝ ਮਾੜੀਆਂ ਨੇ, ਉਹਨਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਚੰਗੀ ਗੱਲ ਆ, ਇੱਕ ਕਨਿਸਕੀ ਏਰੀਆ ਵਾ, ਹਾਂਜੀ, 38 ਸਟਰੀਟ ਤੇ 38 ਐਵੀਨਿਊ ਦੇ ਉੱਪਰ, ਉਹ ਇੱਕ ਲੋਟ ਖਾਲੀ ਸੀ ਕਾਫੀ ਲੰਬੇ ਅਰਸੇ ਤੋਂ। ਸਿਟੀ ਨੇ ਉਹਨੂੰ ਐਜ਼ ਏ ਕਹਿ ਲਓ ਵੀ ਫ੍ਰੀ ਲੋਟ ਡਿਕਲੇਅਰ ਕੀਤਾ ਹੋਇਆ ਸੀਗਾ। ਹਾਂਜੀ। ਸੋ ਰੀਸੈਂਟਲੀ ਉਹ ਜਿਹੜਾ ਏਰੀਆ ਹੈ, ਉਹ ਹੈਡਵੇ ਸਕੂਲ ਨੂੰ ਉੱਥੇ ਪੰਜਾਬੀ ਸਕੂਲ ਬਣਾਉਣ ਦੇ ਲਈ ਅਲਾਟ ਹੋ ਗਿਆ। ਹਾਂਜੀ। ਸੋ ਲੱਗਦਾ ਵੀ ਸਕੂਲ ਜਿਹੜਾ ਵਾ 2022 ਦੇ ਵਿੱਚ ਸ਼ੁਰੂ ਹੋ ਕੇ 24 ਤੱਕ ਉੱਥੇ ਕਲਾਸਿਸ ਸ਼ੁਰੂ ਹੋ ਜਾਣਗੀਆਂ। ਹਾਂਜੀ। ਸੋ ਇਹ ਸਾਰਾ ਪ੍ਰੋਜੈਕਟ ਜਿਹੜਾ ਸੀਗਾ ਕਿਵੇਂ ਰਿਹਾ, ਔਰ ਕੀ ਇਹਦੇ ਵਿੱਚ ਤੁਹਾਡੀ ਇਨਵੋਲਵਮੈਂਟ ਸੀ, ਔਰ ਕਿਵੇਂ ਲੋਕ ਤੁਹਾਨੂੰ ਅਪਰੋਚ ਕਰਦੇ ਸੀ ਇਸ ਦਰਮਿਆਨ? ਪਹਿਲਾਂ ਤਾਂ ਇਹ ਜਿਹੜੀ ਉਹ ਸਾਈਟ ਸੀਗੀ, ਉਹ ਫ੍ਰੀ ਸਾਈਟ ਨਹੀਂ ਸੀਗੀ। ਉਹ ਸੀਗੀ ਓਰੀਜਨਲੀ ਜਦੋਂ ਨੇਬਰਹੁੱਡ ਸਟਰਕਚਰ ਪਲਾਨ ਬਣਿਆ, ਉਹ ਸਕੂਲ ਲਈ ਥਾਂ ਛੱਡਿਆ ਸੀਗਾ। ਅੱਛਾ ਜੀ। ਅਤੇ ਦੈਟ ਵਾਜ਼ ਡਨ ਇਨ ਆਈ ਥਿੰਕ 1998। ਅੱਛਾ ਜੀ। ਤਾਂ ਉਹ ਜਿਹੜਾ ਆ, ਉਹ ਤੋਂ ਬਾਅਦ ਫਿਰ ਜਿਹੜੇ ਸਕੂਲ ਬੋਰਡ ਨੂੰ ਉਹ ਥਾਂ ਦਿੱਤਾ ਜਾਂਦਾ, ਤੇ ਉਹ ਇਵੈਂਚੁਅਲੀ ਡਿਸਾਈਡ ਕਰਦੇ ਪਏ ਅਸੀਂ ਇੱਥੇ ਸਕੂਲ ਬਿਲਡ ਕਰਨਾ ਜਾਂ ਨਹੀਂ ਕਰਨਾ। ਜੀ। ਕਿਉਂਕਿ ਸਾਨੂੰ ਪਲੈਨਿੰਗ ਦੇ ਵਿੱਚ ਉਹ ਰੱਖਣਾ ਪੈਂਦਾ ਪਹਿਲਾਂ, ਵੀ ਇੰਨੀ ਪਾਪੂਲੇਸ਼ਨ ਹੋ ਜਾਣੀ ਆ, ਇੰਨੇ ਇੱਥੇ ਨਿਆਣੇ ਹੋਣੇ। ਮੈਂ ਤਾਂ ਕਿਹਾ ਜੀ, ਕਿਉਂਕਿ ਸਿਟੀ ਨੇ ਨਾ ਇਹਨੂੰ ਸਰਪਲਸ ਲੈਂਡ ਡਿਕਲੇਅਰ ਕਰਤਾ ਸੀਗਾ ਜਦੋਂ ਦੋਨਾਂ ਬੋਰਡਸ ਨੇ ਨਾ ਕਰ ਦਿੱਤੀ ਸੀ। ਉਹ ਬੇਸਿਕਲੀ ਜਿਹੜੀ ਆ, ਪਹਿਲਾਂ ਜਿਹੜੀ ਸਿਟੀ ਨੇ ਨਹੀਂ, ਜਿਹੜੀ ਐਡਮਿੰਟਨ ਪਬਲਿਕ ਸਕੂਲ ਬੋਰਡ ਆ ਜੀ, ਉਹਨਾਂ ਦਾ ਕਰਕੇ ਉਹਨਾਂ ਨੇ ਉਹਨੂੰ ਡਿਕਲੇਅਰ ਕਰਤਾ ਵੀ ਇਹ ਦੂਜੀ ਸਰਪਲਸ ਹੈ ਸਾਡੀ ਲੋੜ ਤੋਂ ਜੀ। ਉਹ ਤੋਂ ਬਾਅਦ ਅਸੀਂ ਉਹਨਾਂ ਨੂੰ ਆਪਸ਼ਨਾਂ ਪੁੱਛਿਆ ਵੀ ਕੀ ਇਹਦੀਆਂ ਆਪਸ਼ਨ ਆਇਆ ਜਿਹੜੀਆਂ ਐਡਮਿਨਿਸਟ੍ਰੇਸ਼ਨ ਨੂੰ ਵੀ ਕੀ ਕਰ ਸਕਦੇ ਆ। ਇਹੀ ਸੀਗਾ ਵੀ
ਕਈ ਲੋਕ ਕਹਿੰਦੇ ਸੀਗੇ ਵੀ ਇੱਥੇ ਜਿਹੜੀ ਆ ਸਪੋਰਟਿਵ ਹਾਊਸਿੰਗ ਬਣਾਓ, ਕਈ ਲੋਕ ਕਹਿੰਦੇ ਸੀਗੇ ਅਫੋਰਡੇਬਲ ਹਾਊਸਿੰਗ ਬਣਾਓ, ਕਈ ਲੋਕ ਇਹ ਵੀ ਕਹਿ ਰਹੇ ਸੀਗੇ ਵੀ ਹਾਂ ਇੱਥੇ ਇੰਸਟੀਟਿਊਸ਼ਨ ਹੋਣੀ ਚਾਹੀਦੀ ਆ ਜੀ, ਕੋਈ ਹੋਰ ਇੰਸਟੀਟਿਊਸ਼ਨ। ਕਈ ਤਰ੍ਹਾਂ ਦੇ ਪ੍ਰਪੋਜ਼ਲ ਆਏ ਸੀਗੇ, 8-9 ਪ੍ਰਪੋਜ਼ਲ ਆਏ ਜੀ। ਤਾਂ ਉਹ ਫਿਰ ਉਹਦੇ ਚੋਂ ਹੈਡਵੇ ਦੀ ਜਿਹੜੀ ਪ੍ਰਪੋਜ਼ਲ ਆ, ਇੱਕ ਪ੍ਰਪੋਜ਼ਲ ਸੀਗੀ ਜੀ, ਤੇ ਉਹਦਾ ਵੀ ਜਿਹੜੀ ਫੀਡਬੈਕ ਆ ਜਿਹੜੀ ਮੇਰੇ ਆਫਿਸ 'ਚ ਆਈ ਆ, ਪੋਜ਼ਿਟਿਵ ਤੇ ਨੈਗੇਟਿਵ ਬੋਥ ਹੀ ਆ। ਬਿਲਕੁਲ, ਕੋਈ ਵੀ ਜਿਹੜਾ ਪ੍ਰੋਜੈਕਟ ਆ ਉਹ ਨੈਗੇਟਿਵ ਫੀਡਬੈਕ ਤੋਂ ਬਗੈਰ ਨਹੀਂ ਚੱਲਦਾ ਜੀ। ਤਾਂ ਜਿਹੜੀ ਜਦੋਂ ਤੁਹਾਨੂੰ ਇੱਦਾਂ ਦੇ ਜਿਹੜੇ ਕਿਸੇ ਵੀ ਮਸਲੇ 'ਤੇ ਗੱਲ ਕਰਨੀ ਪੈਂਦੀ ਹੈ, ਤੁਹਾਨੂੰ ਇਹ ਦੇਖਣਾ ਪੈਂਦਾ ਐਜ਼ ਏ ਕਾਉਂਸਲਰ ਵੀ ਜਿਹੜੀ ਇਹ ਆ ਕੀ ਇਹ ਜ਼ਿਆਦਾ ਲੋਕਾਂ ਦੇ ਭਲੇ ਲਈ ਆ। ਹਾਂ, ਸਾਰਿਆਂ ਨੂੰ ਤਾਂ 100% ਤਾਂ ਕਿਸੇ ਨੇ ਸੈਟੀਸਫਾਈ ਨਹੀਂ ਹੋਣਾ, ਬਿਲਕੁਲ ਨਹੀਂ ਹੋਣਾ ਜੀ। ਤੇ ਕੀ ਇਹਦਾ ਜਿਹੜਾ ਸਿਧਾਂਤ ਆ ਉਹ ਠੀਕ ਆ ਜੀ। ਤੇ ਹੁਣ ਜਿੱਥੇ ਗੱਲ ਆ ਜਾਂਦੀ ਸਿਧਾਂਤ ਦੀ, ਉਹ ਇਹ ਆ ਜੀ ਵੀ ਤੁਸੀਂ ਆਪਣੇ ਬੱਚੇ ਜਿਹੜੇ ਆ ਚਾਹੇ ਇਸ ਸਕੂਲ 'ਚ ਪਾ ਦਿਓ, ਚਾਹੇ ਇਸ ਸਕੂਲ 'ਚ ਪਾ ਦਿਓ ਜੀ, ਉਹ ਤੁਹਾਡੀ ਮਰਜ਼ੀ ਆ। ਬਿਲਕੁਲ। ਤੇ ਹਾਂ, ਜੇ ਪੰਜਾਬੀ ਸਕੂਲ ਹੋਵੇ, ਜਾਂ ਮੈਨੂੰ ਮਾਣ ਆ ਵੀ ਪੰਜਾਬੀ ਸਕੂਲ ਆ। ਔਰ ਮਿਲਵੁੱਡ ਦੇ ਵਿੱਚ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਰਹਿੰਦੀ ਆ। ਮੈਨੂੰ ਲੱਗਦਾ ਵੀ ਇਹ ਕਾਫੀ ਵਧੀਆ ਸਟੈਪ ਹੈ। ਹਾਂਜੀ, ਤੇ ਇਹ ਜਿਹੜੇ ਬੱਚੇ ਆ ਇਹ ਸਾਰੇ ਜਿਹੜੇ ਆ ਉੱਥੇ ਨੂੰ ਟਰਾਂਸਪੋਰਟ ਕਰਦੇ ਸੀ 104 ਐਵਨਿਊ ਤੇ 104 ਐਵਨਿਊ ਤੇ, ਤਾਂ ਫੋਰੈਸਟ ਏਰੀਆ ਦੇ ਵਿੱਚ ਜੀ, ਤੇ ਅਬਾਊਟ 72 ਸਟਰੀਟ ਉੱਥੇ ਨੂੰ ਟਰਾਂਸਪੋਰਟ ਕਰਦੇ ਸੀਗੇ। ਤੇ ਉਹਦੇ ਨਾਲ ਇਹ ਵੀ ਆ ਵੀ ਉਹ ਜਿਹੜੀਆਂ ਗ੍ਰੀਨ ਹਾਊਸਿਸ ਗੈਸਿਸ ਆ ਉਹ ਅਸੀਂ ਇੱਕ ਪਾਸੇ ਘਟਾਉਣ ਦੀ ਗੱਲ ਕਰਦੇ ਆ, ਇੱਕ ਪਾਸੇ ਉਹ ਇੰਨੀ ਦੂਰ ਨੂੰ ਗੈਸ ਬਰਨ ਕਰਕੇ ਉਹ ਚਾਹੇ ਬੱਸਾਂ ਆਉਂਦੀਆਂ ਚਾਹੇ ਕਾਰਾਂ ਆਉਂਦੀਆਂ ਲੋਕਾਂ ਦੀਆਂ, ਉਹ ਜਿਹੜੀਆਂ ਤੇ ਉਹ ਜਿਹੜੀ ਆ ਇਹ ਵੀ ਵਿੱਚ ਇੱਕ ਸੀਗਾ। ਸੈਕੰਡਲੀ ਜਿਹੜੇ ਇਲਾਕੇ ਦੇ ਲੋਕਾਂ ਦੀ ਮੰਗ ਸੀ, ਜਿੱਦਾਂ ਕਮਿਊਨਿਟੀ ਲੀਗ ਵਾਲਿਆਂ ਦੀ, ਉਹ ਇਹ ਸੀਗੀ ਵੀ ਸਕੂਲ ਦੇ ਥਾਂ ਸਕੂਲ ਤਾਂ ਭਾਵੇਂ ਬਣ ਜਾਵੇ ਜੀ, ਪਰ ਇੱਥੇ ਜਿਹੜੀ ਆ ਅਫੋਰਡੇਬਲ ਹਾਊਸਿੰਗ ਆ ਜਾਂ ਜਿਹੜੀ ਸਪੋਰਟਿਵ ਹਾਊਸਿੰਗ ਆ ਉਹ ਜਿਹੜੀ ਨਹੀਂ ਬਣਨੀ ਚਾਹੀਦੀ। ਅੱਛਾ ਜੀ। ਤੇ ਫਿਰ ਜਿਹੜਾ ਹੁਣ ਉਹ ਖਾਲੀ ਤਾਂ ਰਹਿਣਾ ਨਹੀਂ ਸੀਗਾ। ਤਾਂ ਬਿਲਕੁਲ ਪਹਿਲਾਂ ਇਹ ਦੂਜੇ ਪਾਰਕਸ ਜ਼ੋਨ ਤੋਂ ਦੂਜਾ ਡਿਕਲੇਅਰ ਕਰਤਾ ਸੀਗਾ ਸਰਪਲਸ, ਫਿਰ ਮੁੜ ਕੇ ਦੂਜਾ ਫਿਰ ਇਹ ਪਾਰਕਸ 'ਤੇ ਲਿਆਉਣਾ ਪਿਆ ਤੇ ਤਾਂ ਕਿ ਜਿਹੜੀ ਸਕੂਲ ਦੇ ਵਰਤ ਹੋ ਜਾਵੇ। ਜੀ ਜੀ, ਹਾਂਜੀ। ਇਹ ਵਧੀਆ, ਕਿਉਂਕਿ ਇਹ ਇਸ ਤਰ੍ਹਾਂ ਲੱਗਦਾ, ਅਗੇਨ ਮੈਂ ਉਹੀ ਰਿਪੀਟ ਕਰਨਾ ਚਾਹੁੰਦਾ ਵੀ 100% ਪੀਪਲਾਂ ਨੇ ਤਾਂ ਹੈਪੀ ਨਹੀਂ ਹੋਣਾ, ਪਰ ਇੱਦਾਂ ਆ ਵੀ ਤੁਸੀਂ ਇਹ ਸਾਨੂੰ ਦੇਖਣਾ ਪੈਂਦਾ ਵੀ ਹਾਂ ਜਿਹੜੇ ਬੱਚੇ ਆ ਸਾਡੇ ਬੱਚੇ ਆ ਉਹਨਾਂ ਨੂੰ ਫਾਇਦਾ ਹੋ ਰਿਹਾ, ਲੋਕਾਂ ਦਾ ਟਾਈਮ ਬਚ ਰਿਹਾ, ਗ੍ਰੀਨ ਹਾਊਸ ਗੈਸਿਸ ਵਗੈਰਾ ਸਾਰੀਆਂ ਜਿਹੜੀਆਂ ਉਹ ਘੱਟ ਹੋ ਰਹੀਆਂ, ਥੋੜ੍ਹੀਆਂ ਬਹੁਤੀਆਂ ਦਾ ਫਰਕ ਪੈਂਦਾ ਆ। ਤੇ ਬਾਕੀ ਇੱਥੇ ਸਾਡੀ ਜਿਹੜੀ ਮੇਨ ਜਿਹੜੀ ਆ ਕਹਿ ਲਓ ਪੰਜਾਬੀਆਂ ਦੀ ਮੇਨ ਬਸੋਂ ਆ, ਇਹ ਜਿਹੜੀ ਆ ਇਹ ਇਸ ਏਰੀਏ 'ਚ ਆ। ਤੇ ਕਈ ਲੋਕਾਂ ਨੇ ਇਹ ਵੀ ਜਿੱਦਾਂ ਕਹਿ ਲਓ ਵੀ ਰੌਲਾ ਜਿਹਾ ਇਹ ਪੰਜਾਬੀ ਸਕੂਲ ਆ, ਮੈਨੂੰ ਕਈ ਜਾਂ ਪ੍ਰਾਈਵੇਟ ਸਕੂਲ ਆ। ਹਾਂਜੀ, ਪ੍ਰਾਈਵੇਟ ਸਕੂਲ ਹੈਗੇ ਆ। ਅਸੀਂ ਆਪਣੇ ਸਾਰੇ ਬੱਚੇ ਜਿਹੜੇ ਆ, ਕੋਈ ਅਸੀਂ ਹੰਗਰੀ ਨੂੰ ਭੇਜਦੇ ਹਾਂ, ਕੋਈ ਸਟੇਟਸ ਨੂੰ ਭੇਜਦੇ ਹਾਂ, ਕੋਈ ਕਿਤੇ, ਸਾਡੀ ਚੋਇਸ ਆ। ਜੀ ਜੀ। ਤੇ ਉਹ ਸਕੂਲਾਂ ਵਾਲੇ ਤਾਂ ਫੜ ਕੇ ਨਹੀਂ ਕਿਸੇ ਨੂੰ ਲੈ ਕੇ ਜਾਂਦੇ, ਬਿਲਕੁਲ। ਉਹ ਇੱਦਾਂ ਹੀ ਇੱਥੇ ਆ। ਇਹ ਸਿਰਫ ਸਾਡਾ ਕੰਮ ਆ ਜਾਂ ਜਿਹੜੀ ਗਵਰਨਮੈਂਟ ਦਾ ਕਿਸੇ ਹੋਰ ਲੈਵਲ ਦਾ ਵੀ ਕੰਮ ਆ, ਉਹ ਹੈਗਾ ਲੋਕਾਂ ਨੇ ਚੋਇਸ ਦੇਣੀ। ਬਿਲਕੁਲ। ਤੇ ਇਹ ਇਹ ਨੋਰਮਲ ਸਕੂਲ ਹੈ। ਹਾਂ, ਇਹਦੇ 'ਚ ਪੰਜਾਬੀ ਜਿਹੜਾ ਇੱਕ ਵਨ ਆਫ ਦਾ ਸਬਜੈਕਟ ਹੈਗਾ, ਪਰ ਉਹ ਪੰਜਾਬੀ ਸਬਜੈਕਟ ਜਿਹੜਾ ਆ ਹੋਰ ਨਾ ਜਿਹੜੇ ਐਲੀਮੈਂਟਰੀ ਸਕੂਲ ਆ ਉਹਨਾਂ ਦੇ ਵਿੱਚ ਵੀ ਹੈਗਾ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਵਿੱਚ ਹੋਵੇ। ਤੇ ਵਾਈ ਨਾਟ ਗਿਵ ਦੀਜ਼ ਗਾਈਜ਼ ਔਰ ਜਿਹੜੇ ਸਟੂਡੈਂਟ ਆ ਉਹਨਾਂ ਦੇ ਪੇਰੈਂਟਸ ਨੂੰ, ਸਟੂਡੈਂਟਸ ਨੂੰ, ਉਹਨਾਂ ਨੂੰ ਆਪਸ਼ਨ ਦਿੱਤੀ ਜਾਵੇ, ਜਿੱਥੇ ਮਰਜ਼ੀ ਉਹ ਜਾਣਾ ਚਾਹੁੰਦੇ ਉੱਥੇ ਜਾ ਸਕਣ। ਨਹੀਂ, ਵਾਕਈ ਜੀ ਇੱਕ ਕਾਬਲੇ ਤਾਰੀਫ ਕੰਮ ਹੈ। ਤੇ ਬੰਗਾ ਸਾਹਿਬ, ਇੱਕ ਘਟਨਾ ਹੋਈ ਸੀਗੀ ਜਨਵਰੀ ਦੇ ਮਹੀਨੇ ਦੇ ਵਿੱਚ, ਮੇਪਲ ਕ੍ਰਿਸਟ ਕਮਿਊਨਿਟੀ ਆ ਆਪਣੀ, ਹਾਂਜੀ, 17 ਸਟਰੀਟ ਔਰ 38 ਐਵੀਨਿਊ ਤੋਂ ਅੰਦਰ ਨੂੰ ਜਾਈਏ ਤੇ ਈਸਟ ਵੱਲ ਨੂੰ। ਉਹ ਪਹਿਲਾਂ ਤਾਂ ਕਮਿਊਨਿਟੀ ਛੋਟੀ ਜਿਹੀ ਸੀ, ਹੁਣ ਕਾਫੀ ਵੱਡੀ ਕਮਿਊਨਿਟੀ ਹੋ ਗਈ ਹੈ। ਹਾਂਜੀ। ਪਰ ਉੱਥੇ ਸਮੱਸਿਆ ਇਹ ਹੈ ਕਿ ਉੱਥੇ ਰੇਲਵੇ ਕ੍ਰੋਸਿੰਗ ਆ। ਹਾਂਜੀ। ਔਰ ਖਾਸ ਕਰਕੇ ਜਦੋਂ ਕੋਈ ਐਮਰਜੈਂਸੀ ਹੋ ਜਾਂਦੀ ਆ, ਕੋਈ ਫਾਇਰ ਹੋ ਜੇ ਜਾਂ ਕੋਈ ਹਸਪੀਟਲਾਈਜੇਸ਼ਨ ਵਾਸਤੇ ਕਿਸੇ ਨੂੰ ਲੈ ਕੇ ਜਾਣਾ ਵਾ, ਹਾਂਜੀ, ਤੇ ਉਹ ਅਗਰ ਡਿਲੇ ਹੋ ਜਾਵੇ ਤੇ ਕਾਫੀ ਖਤਰਨਾਕ ਹੋ ਸਕਦੀ ਹੈ। ਇੱਕ ਦਿਨ ਉੱਥੇ ਕੀ ਹੋਇਆ ਵੀ ਗੱਡੀ ਖੜੀ ਸੀ ਕੋਈ ਪਾਰਕਿੰਗ ਲੋਟ ਦੇ ਵਿੱਚ ਜਾਂ ਡਰਾਈਵੇ ਤੇ, ਹਾਂਜੀ, ਆਲ ਆਫ ਸਡਨ ਨੂੰ ਅੱਗ ਲੱਗੀ। ਹਾਂਜੀ। ਤੇ ਕੁਝ ਨੇਬਰਸ ਨੇ ਸਿਟੀ ਆਫ ਐਡਮਿੰਟਨ ਦਾ ਜਿਹੜਾ ਨੰਬਰ ਆ 911 ਉਹਨੂੰ ਕਾਲ ਕੀਤੀ, ਫਾਇਰ ਕਰੂ ਤੁਰ ਪਿਆ। ਹਾਂਜੀ। ਪਰ ਉੱਥੇ ਟ੍ਰੇਨ ਲੰਘ ਰਹੀ ਸੀ, ਉੱਥੇ ਖੜ ਗਿਆ, 3 ਤੋਂ 5 ਮਿੰਟ ਦੀ ਡਿਲੇ ਹੋ ਗਈ। ਹਾਂਜੀ। ਸੋ ਉਸ ਨੇਬਰਹੁੱਡ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਸੀਗਾ। ਹਾਂਜੀ। ਕਾਫੀ ਗੁੱਸਾ ਸੀਗਾ ਕਿ ਭਈ ਇਹ ਸਿਟੀ ਦੀ ਪਲੈਨਿੰਗ ਦੀ ਘਾਟ ਕਿਉਂ ਰਹੀ ਕਿਤੇ ਨਾ ਕਿਤੇ। ਹਾਂਜੀ। ਤੁਹਾਨੂੰ ਕੀ ਲੱਗਦਾ ਵੀ ਇਹ ਪਲੈਨਿੰਗ ਦੀ ਘਾਟ ਸੀ? ਜੇ ਸੀ ਤੇ ਹੁਣ ਕੀ ਪਲੈਨਿੰਗ ਕਰ ਰਹੇ ਆਪਾਂ? ਜਦੋਂ
ਕਿਸੇ ਵੀ ਜਿਹੜਾ ਏਰੀਆ ਨਵਾਂ ਏਰੀਆ ਡਿਵੈਲਪ ਹੋਣਾ ਹੁੰਦਾ ਜੀ, ਉੱਥੇ ਪਹਿਲਾਂ ਜਦੋਂ ਸਿਟੀ ਐਡਮਿਨਿਸਟ੍ਰੇਸ਼ਨ ਜਾਂ ਕੋਈ ਡਿਵੈਲਪਰ ਜਿਹੜਾ ਆ ਉਹਦੀ ਕਹਿ ਲਓ ਨੀਂਹ ਪੱਥਰ ਰੱਖਦਾ ਵੀ ਅਸੀਂ ਇੱਥੇ ਬਣਾਉਣਾ ਆ ਬਿਲਕੁਲ, ਏਰੀਆ, ਹਾਂਜੀ ਉਹ ਜਿਹੜਾ ਆ ਉਹ ਜਿੱਦਾਂ ਕਹਿ ਲਓ ਵੀ ਉਸ ਏਰੀਏ ਦਾ 2009 ਦੇ ਵਿੱਚ ਹੋਏ ਆ। ਜੀ, ਤੇ ਉਹ ਜਿਹੜਾ 2009 ਦੇ ਵਿੱਚ ਸੀਗਾ, ਉਸ ਵੇਲੇ ਉਹ ਤੋਂ ਪਹਿਲਾਂ ਹਾਈਵੇ ਵੀ ਠੀਕ ਸੀਗਾ, ਵਾਈਟ ਮੱਡ ਵੀ ਸੀਗੀ ਜੀ, ਤੇ ਦੂਸਰਾ ਵੀ ਸੀਗਾ ਹੈਂਡੇ। ਐਂਥਨੀ ਹੈਂਡੇ ਵੀ ਸੀਗਾ ਤੇ ਟ੍ਰੇਨ ਲਾਈਨ ਵੀ ਸੀਗੀ, ਬਿਲਕੁਲ। ਨਵਾਂ ਕੁਝ ਨਹੀਂ ਆਇਆ। ਜੀ, ਤੇ ਹੁਣ ਸਵਾਲ ਇਹ ਹੁੰਦਾ, ਇਜ਼ ਇਟ ਸੇਫ? ਜਦੋਂ ਤੁਸੀਂ ਨੇਬਰਹੁੱਡ ਸਟਰਕਚਰ ਪਲਾਨ ਕੋਈ ਅਪਰੂਵ ਕਰਦੇ ਆ ਸਿਟੀ ਦੀ, ਤਾਂ ਜਿਹੜੇ ਕਾਉਂਸਲਰਾਂ ਦੇ ਕੋਲ ਤਾਂ ਉਹ ਆਂਦਾ ਵੀ ਉਹ ਜਿਹੜੇ ਆ ਫਾਇਰ ਵਾਲਿਆਂ ਨਾਲ ਉਹ ਆਏ ਹੁੰਦੇ ਆ, ਉਹ ਤੁਹਾਨੂੰ ਕਹਿ ਦਿੰਦੇ ਆ ਹਾਂ ਜੀ ਵੀ ਆਰ ਸੇਫ, ਜੀ, ਵੀ ਆਰ ਸੇਫ ਟੂ ਪ੍ਰੋਸੀਡ ਵਿਦ ਦਿਸ। ਬਿਲਕੁਲ, ਜਦੋਂ ਸਾਰੇ ਜਿਹੜੇ ਆ ਇਕੱਲਾ ਫਾਇਰ ਹੀ ਨਹੀਂ ਹੈਗਾ, ਫਾਇਰ, ਪੁਲਿਸ, Yeah. ਐਂਬੂਲੈਂਸ ਤੇ ਨਾਲ ਆਪਣੇ ਆਲਸੋ ਜਿਹੜੀਆਂ ਸਰਵਿਸਿਜ਼ ਆ ਦੂਜੀਆਂ, ਉਹ ਸਾਰੇ ਅਪਰੂਵ ਕਰਦੇ ਤਾਂ ਹੁੰਦਾ। ਤੇ 2009 ਦੇ ਵਿੱਚੋਂ ਹੋਏ ਆ, ਤੇ ਫਿਰ ਉਹ ਜਿਹੜੀ ਨੇਬਰਹੁੱਡ। ਪੰਗਾ ਸਾਹਿਬ, ਮੈਂ ਤੁਹਾਡੀ ਸਟੇਟਮੈਂਟ ਸੁਣੀ ਸੀਗੀ ਉਸ ਦਰਮਿਆਨ, ਤੁਸੀਂ ਮੇਨ ਸਟ੍ਰੀਮ ਨੂੰ ਕਿਹਾ ਸੀਗਾ ਕਿ ਮੈਂ ਉਸ ਟਾਈਮ ਤੇ ਕਾਉਂਸਲਰ ਨਹੀਂ ਸੀਗਾ। ਯਾ ਸੋ ਕਹਿਣ ਦਾ ਮਤਲਬ ਆ ਕਿ ਤੁਹਾਨੂੰ ਵੀ 8 ਸਾਲ ਦਾ ਲਗਭਗ ਸਮਾਂ ਹੋ ਚੁੱਕਿਆ, ਯਾ ਔਰ ਤੁਸੀਂ ਉਸੇ ਨੇਬਰਹੁੱਡ ਦੇ ਤੁਸੀਂ ਰਿਪਰੈਜ਼ੈਂਟੇਟਿਵ ਵੀ ਜੇ। ਹਾਂਜੀ। ਸੋ ਪਿਛਲੇ 8 ਸਾਲਾਂ ਦੇ ਵਿੱਚ ਤੁਹਾਡੇ ਵੱਲੋਂ ਜਾਂ ਸਿਟੀ ਆਫ ਐਡਮਿੰਟਨ ਵੱਲੋਂ ਕੀ ਉਪਰਾਲਾ ਕੀਤਾ ਗਿਆ ਕਿ ਉੱਥੇ ਜਿਹੜਾ ਐਕਸੈਸ ਹੈਗਾ ਵਾ ਐਮਰਜੈਂਸੀ ਵਹੀਕਲਸ ਦਾ, ਉਹਨੂੰ ਬੈਟਰ ਕੀਤਾ ਜਾ ਸਕੇ, ਉਸ ਨੇਬਰਹੁੱਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਸੇਫਟੀ ਤੇ ਸਿਕਿਉਰਿਟੀ ਨੂੰ ਇੰਸ਼ੋਰ ਕੀਤਾ ਜਾ ਸਕੇ? ਹਾਂਜੀ, ਉਹ ਇਸ ਤਰ੍ਹਾਂ ਜੀ, ਜਿਹੜਾ ਦੂਜਾ ਉਸ ਏਰੀਏ ਦਾ ਹੁਣ ਜਿਹੜੀ ਅੱਜ ਪਹਿਲਾਂ ਉੱਥੋਂ ਸਟਾਰਟ ਤੋਂ ਲੱਗ ਕੇ ਹੁਣ ਤੱਕ ਜੀ, ਇਹ ਹੋਇਆ ਵੀ ਸੋ ਫਾਰ ਜਿਹੜੀ ਲਾਈਨ ਤਾਂ ਪਰੇ ਨਹੀਂ ਹੋ ਸਕਦੀ, ਤੇ ਨਾ ਐਂਥਨੀ ਹੈਂਡੇ ਪੱਟ ਹੋ ਸਕਦਾ ਨਾ, ਤਾਂ ਪਰ ਉਹ ਆ ਇਸ ਵੇਲੇ ਜਿਹੜੀਆਂ ਰੇਲ ਕੰਪਨੀ ਦੀਆਂ CN ਤੇ CP ਆ, ਉਹਨਾਂ ਨਾਲ ਸਿਟੀ ਦਾ ਕਨੈਕਸ਼ਨ ਹੈਗਾ, ਤੇ ਫੋਨ ਨੰਬਰ ਜਿਹੜੇ ਆ ਫਾਇਰ ਵਾਲੇ ਜਾਂ ਐਂਬੂਲੈਂਸ ਵਾਲੇ, ਕੋਈ ਵੀ ਐਮਰਜੈਂਸੀ ਸਰਵਿਸਿਜ਼ ਆ ਜਿਹੜੀ, ਉਹ ਡਾਇਲ ਕਰ ਸਕਦੇ ਆ, ਤੇ ਦੈਨ ਦੇ ਹੈਵ ਟੂ ਮੂਵ ਦਾ ਟ੍ਰੇਨ, ਇਟ ਕੈਂਟ ਬੀ ਸਟੇਸ਼ਨਰੀ। ਬੰਗਾ ਸਾਹਿਬ, ਇੰਡੀਆ ਦੇ ਵਿੱਚ ਤੁਸੀਂ ਨੋਟ ਕੀਤਾ ਹੋਊਗਾ ਬੜੇ ਫਲਾਈਓਵਰ ਬਣ ਚੁੱਕੇ ਨੇ, ਹਾਂਜੀ। ਇਹ ਇੱਥੇ ਕਿਉਂ ਨਹੀਂ ਹੋ ਸਕਦਾ? ਇਦਾਂ ਨਹੀਂ ਹੋ ਸਕਦਾ, ਬਟ ਐਵਰੀਥਿੰਗ ਇਨ ਪਰਸਪੈਕਟਿਵ। ਇਵੈਂਚੁਅਲ ਕੁਐਸਚਨ ਇਜ਼ ਅਬਾਊਟ ਮਨੀ। ਜੀ, ਜੀ, ਯਾ ਜਿਹੜੀ ਆ ਮੋਸਟਲੀ ਜਿਹੜੇ ਡਿਵੈਲਪਰ ਆ ਉਸ ਏਰੀਏ 'ਚ ਰੋਡ ਡਿਵੈਲਪ ਕਰਦੇ ਆ, ਉਹੀ ਜਿਹੜੇ ਆ ਇਨਫਰਾਸਟਰਕਚਰ ਡਿਵੈਲਪ ਕਰਦੇ ਆ। ਜਿਹੜੀ ਸਿਟੀ ਆ ਇਹ ਉਹਨਾਂ ਨੂੰ ਡਿਵੈਲਪਰਾਂ ਤੋਂ ਪਹਿਲਾਂ ਕਿੱਦਾਂ ਅਪਰੂਵ ਹੋਇਆ, ਆਈ ਵੋਂਟ ਨੋ। ਠੀਕ ਹੈ ਜੀ, ਮੈਨੂੰ ਉਹ ਪਤਾ ਨਹੀਂ ਹੈਗਾ। ਕਿਉਂਕਿ ਬੰਗਾ ਸਾਹਿਬ, ਇੱਥੇ ਆਪਾਂ ਇੱਕ ਬ੍ਰੇਕ ਲੈਨੇ ਆ ਜੀ, ਬ੍ਰੇਕ ਦਾ ਸਮਾਂ ਹੋ ਗਿਆ ਵਾ, ਗੱਲਾਂ ਹੋਰ ਵੀ ਕਰਨੀਆਂ ਨੇ ਕਾਫੀ ਸਿਟੀ ਆਫ ਐਡਮਿੰਟਨ ਦੇ ਨਾਲ ਰਿਲੇਟਡ। ਹਾਂਜੀ, ਬ੍ਰੇਕ ਤੋਂ ਬਾਅਦ ਇਸ ਗੱਲ ਨੂੰ ਅਸੀਂ ਜਾਰੀ ਰੱਖਦੇ ਹਾਂ ਜੀ, ਔਰ ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਐਡਮਿੰਟਨ ਡਾਇਰੀ, ਔਰ ਬਹੁਤ ਜਲਦ ਹੋਰ ਗੱਲਾਂ ਬਾਤਾਂ ਲੈ ਕੇ ਐਡਮਿੰਟਨ ਸਿਟੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਨਾਲ ਸੰਬੰਧਿਤ ਵਾਪਸ ਆਉਣੇ ਆ ਜੀ। ਪ੍ਰੋਗਰਾਮ ਐਡਮਿੰਟਨ ਡਾਇਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਔਰ ਸਾਡੀ ਗੱਲਬਾਤ ਚੱਲ ਰਹੀ ਆ ਐਡਮਿੰਟਨ ਸ਼ਹਿਰ ਦੀ ਵਾਰਡ ਨੰਬਰ 12 ਦੇ ਰਿਪਰੈਜ਼ੈਂਟੇਟਿਵ ਮੋਹ ਬੰਗਾ ਦੇ ਨਾਲ। ਆਓ ਜੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ। ਬੰਗਾ ਸਾਹਿਬ, ਆਪਣਾ ਮੁੱਦਾ ਚੱਲ ਰਿਹਾ ਸੀਗਾ ਮੇਪਲ ਕ੍ਰੈਸਟ ਦੀ ਜਿਹੜੀ ਐਮਰਜੈਂਸੀ ਵਹੀਕਲ ਦੀ ਐਕਸੈਸ ਨੂੰ ਲੈ ਕੇ। ਹਾਂਜੀ, ਇਹਦੇ ਉੱਪਰ ਕੁਝ ਐਡ ਆਨ ਕਰਨਾ ਚਾਹੁੰਦੇ, ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਇਹ ਇੱਦਾਂ ਜੀ, ਜਦੋਂ ਇਹ 2 ਸਾਲਾਂ ਦੇ ਵਿੱਚ, ਪਿਛਲੇ 2 ਸਾਲਾਂ ਦੇ ਵਿੱਚ 3 ਵਾਰੀ ਇੱਦਾਂ ਦੀ ਇੰਸੀਡੈਂਟ ਹੋਈ ਹੈ ਜਿੱਥੇ ਡਿਲੇ ਹੋਈ ਜਿਹੜੀ ਐਮਰਜੈਂਸੀ ਸਰਵਿਸ ਆ, ਡਿਊ ਟੂ ਟ੍ਰੇਨ। 2 ਵਾਰੀ 1 ਮਿੰਟ ਦੀ ਹੋਈ ਆ, ਤੇ ਇੱਥੇ ਜਿਹੜੀ ਐਮਰਜੈਂਸੀ ਸਰਵਿਸ ਉਹ ਕਹਿੰਦੇ 3 ਮਿੰਟ ਲਈ, ਪਰ ਚਲੋ ਐਨੀਵੇ ਡਿਲੇ ਕੋਈ ਵੀ ਡਿਲੇ ਚੰਗੀ ਨਹੀਂ ਹੈਗੀ। ਦੇਖੋ ਜੀ, 1 ਮਿੰਟ ਦਾ ਖੁੰਝਿਆ ਵੀ ਕਈ ਵਾਰੀ ਚੰਗੀ ਨਹੀਂ ਹੈਗੀ, ਉਹ ਅਸੀਂ ਮੈਂ ਬਿਲਕੁਲ। ਤੇ ਥੋੜ੍ਹੇ ਦਿਨ ਹੋਏ ਅਸੀਂ ਸਾਰੇ ਜਿਹੜੇ ਉਸ ਵਾਰਡ ਉਸ ਏਰੀਏ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨਾਲ ਅਸੀਂ ਸਾਰਿਆਂ ਨੇ ਜਿਹੜੀ ਜ਼ੂਮ ਤੇ ਸਿਟੀ ਹਾਲ ਮੀਟਿੰਗ ਕੀਤੀ ਸੀ। ਹਾਂਜੀ, ਤੇ ਉਹ ਜਿਹੜੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਸਵਾਲ ਰੱਖੇ ਭਈ ਸਾਨੂੰ ਆਹ ਪ੍ਰੋਬਲਮ ਆ, ਇੰਨੀ ਆ, ਤੇ ਇੱਕ ਤਾਂ ਕਈ ਕਲੈਰੀਫਿਕੇਸ਼ਨ ਦਿੱਤੀਆਂ, ਤੇ ਸੈਕੰਡਲੀ ਇਹ ਦਿੱਤਾ ਭਈ ਉਹ ਹੁਣ ਜਿਹੜੀ ਆ ਕੋਈ ਵੀ ਜਿਹੜੀ ਆ ਉਹਨੂੰ ਕਹਿ ਦਿੰਦੇ ਆ ਮੈਜ਼ਰਸ ਜਿਹੜੇ ਆ ਗਾਹਾਂ ਕੀ ਕਰਨਾ ਆ ਜੀ, ਉਹ ਇੱਦਾਂ ਨਹੀਂ ਹੁੰਦਾ ਵੀ ਇੱਕ ਕਾਉਂਸਲਰ ਸਿੱਧਾ ਹੀ ਉਹ ਕਹਿ ਦੇਵੇ ਚਲੋ ਇੱਥੇ ਇਹਨੂੰ
ਇਹ ਇਨਵੈਸਟੀਗੇਟ ਕਰੋ ਜਾਂ ਇਹਨੂੰ ਚੇਂਜ ਕਰ ਦਿਓ। ਬਿਲਕੁਲ। ਇਹ ਜਿਹੜਾ ਆ ਕਾਉਂਸਲ ਦੇ ਵਿੱਚ ਪਹਿਲਾਂ 2 ਵੀਕ ਪਹਿਲਾਂ ਮੋਸ਼ਨ ਦਾ ਨੋਟਿਸ ਦੇਣਾ ਪੈਂਦਾ ਜੀ। ਤੇ ਮੈਂ ਐਸ ਨੈਕਸਟ ਮੀਟਿੰਗ ਤੇ ਜਿਹੜੀ ਆ ਆਹ ਜਿਹੜਾ ਆ ਮੋਸ਼ਨ ਜਿਹੜਾ ਇਸ ਇੱਦਾਂ ਇਹਦਾ ਨੋਟਿਸ ਇਹ ਜਾਣੀ ਰੱਖਣਾ। ਠੀਕ ਹੈ ਜੀ। ਤਾਂ ਕਿ ਜਿਹੜੇ ਬਾਕੀ ਦੇ ਕਾਉਂਸਲਰ ਉਹਨਾਂ ਨੂੰ ਸਟੱਡੀ ਕਰਨ ਦਾ ਟਾਈਮ ਮਿਲ ਜਾਵੇ। ਤੇ ਸੈਕੰਡਲੀ ਇਹ ਹੁੰਦਾ ਵੀ ਜਦ 2 ਵੀਕ ਹੋ ਗਏ ਤਾਂ ਫਿਰ ਤੁਹਾਨੂੰ ਉਹ ਤੁਸੀਂ ਮੋਸ਼ਨ ਰੱਖ ਦਿੱਤਾ ਤੇ ਫਿਰ ਉਹ ਤੇ ਡਿਬੇਟ ਹੁੰਦੀ ਹੈ, ਡਿਬੇਟ ਹੁੰਦੀ ਹੈ, ਡਿਸੀਜਨ ਹੁੰਦੇ ਨੇ। ਬਿਲਕੁਲ। ਤੇ ਫਿਰ ਉਹਦੇ ਵਿੱਚ ਜਿਹੜੀ ਮੈਜੋਰਿਟੀ ਵੋਟ ਦੇ ਹਿਸਾਬ ਨਾਲ ਜਿਹੜਾ ਆ ਉਹ ਇਹ ਕਿੰਨੀ ਕੁ ਦੀ ਜਿਹੜੀ ਆ ਕਹਿ ਲਓ ਇਹਦੀ ਵੈਲਿਊ ਕਿੰਨੀ ਆ, ਇਹਦੀ ਜਿਹੜੀ ਕੀ ਘੱਟ ਆ, ਇੰਪੋਰਟੈਂਸ ਕਿੰਨਾ ਆ ਇਹਦਾ। ਜੀ ਜੀ। ਤਾਂ ਉਹ ਫਿਰ ਜਦੋਂ ਕਰਦੇ ਆ ਤਾਂ ਫਿਰ ਉਹ ਗਾਹਾਂ ਜਿਹੜੀ ਆ ਉਹਦੀ ਫੋਲੋ ਅਪ ਹੁੰਦੀ ਆ। ਤੇ ਉਹ ਹੁਣ ਮੈਂ ਮੋਸ਼ਨ ਜਿਹੜਾ ਆ ਉਹ ਰੱਖਿਆ ਹੋਇਆ, ਤਾਂ ਉਹ ਉਹਦੇ 'ਤੇ ਡਿਬੇਟ ਹੋਣੀ ਆ ਗਾਹਾਂ ਦੇ ਮੰਡੇ ਨੂੰ ਜੀ। ਤੇ ਮੰਡੇ ਨੂੰ ਉੱਦਣ ਨੂੰ ਡਿਸਾਈਡ ਹੋਣਾ ਵੀ ਜਿਹੜਾ ਉਹਦੇ 'ਚ ਮੋਸ਼ਨ ਤਾਂ ਬੇਸਿਕਲੀ ਇਹ ਆ ਵੀ ਜਿਹੜਾ ਸਿਟੀ ਆਫ ਐਡਮਿੰਟਨ ਹੁਣ ਜਿਹੜੀਆਂ ਕਈ ਚੀਜ਼ਾਂ ਆ ਉਹ ਚੇਂਜ ਹੋ ਸਕਦੀਆਂ, ਕਈ ਨਹੀਂ ਹੋ ਸਕਦੀਆਂ। ਜੀ। ਵੀ ਜਿਹੜਾ ਸਿਟੀ ਆਫ ਐਡਮਿੰਟਨ ਆ ਪਹਿਲਾਂ ਤਾਂ ਇਹ ਸਾਨੂੰ ਦੱਸੇ ਵੀ ਕਿੰਨੀ ਵਾਰੀ ਇਹ ਜਿਹੜਾ ਡਿਲੇ ਹੋਇਆ, ਕਿਉਂ ਡਿਲੇ ਹੋਇਆ। ਜੇ ਸਾਡੇ ਕੋਲ ਆਪਸ਼ਨਾਂ ਸੀਗੀਆਂ ਕੰਟੈਕਟ ਕਰਨ ਦੀਆਂ ਜਿਹੜੇ ਐਮਰਜੈਂਸੀ ਸਰਵਿਸ ਦੇ ਕੋਲ CNOCP ਨੇ ਉਹ ਕਿਉਂ ਨਹੀਂ ਕੀਤੀਆਂ ਗਈਆਂ। ਕਹਿੰਦਾ ਮਤਲਬ ਵੀ ਕਮੀ ਕਿੱਥੇ ਰਹੀ ਆ। ਜੀ ਜੀ। ਤੇ ਉਹ ਤੋਂ ਸਾਰਿਆਂ ਤੋਂ ਬਾਅਦ ਇਹ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਸਾਨੂੰ ਦੱਸੇ ਵੀ ਇਹਦੇ ਜਿਹੜੇ ਪੋਸੀਬਲ ਸੋਲੂਸ਼ਨ ਆ ਉਹ ਕਿਹੜੇ ਆ, ਤਾਂ ਕਿ ਜਿਹੜੇ ਉਹ ਐਕਸਪਲੋਰ ਕਰ ਸਕੀਏ ਤੇ ਦੈਨ ਉਹਨਾਂ ਨੂੰ ਫੋਲੋ ਅਪ ਕੀਤਾ। ਬਿਲਕੁਲ ਜੀ। ਆਸ ਕਰਦੇ ਹਾਂ ਵੀ ਬਹੁਤ ਜਲਦੀ ਇਸ ਮੁੱਦੇ ਦਾ ਕੋਈ ਹੱਲ ਨਿਕਲੇ ਔਰ ਜਿਹੜੀ ਨੇਬਰਹੁੱਡ ਆ ਉਹਦੀ ਸੇਫਟੀ ਤੇ ਸਿਕਿਉਰਿਟੀ ਨੂੰ ਇਨਸ਼ੋਰ ਕਰ ਸਕੀਏ। ਤੇ ਇਵੈਂਚੁਅਲ ਜਿਹੜੀ ਆ ਉਹਦੀ ਜਿਹੜੀ ਅਪਰੂਵਲ ਆ ਉਹ ਹੁੰਦੀ ਆ ਜਿਹੜੀ ਐਨੂਅਲ ਜਿਹੜਾ ਬਜਟ ਅਪਰੂਵਲ ਦੇ ਟਾਈਮ ਤੇ। ਜੀ। ਤੇ ਪਹਿਲਾਂ ਤਾਂ ਪ੍ਰੋਸੈਸ ਇੰਪਰੂਵ ਹੋ ਗਿਆ, ਫਿਰ ਉਹ ਜਿਹੜਾ ਬਜਟ ਹੈ ਜਿਹੜੀ ਪਲਾਨਾਂ ਤਾਂ ਬਹੁਤ ਹੈ। ਬਿਲਕੁਲ ਬਿਲਕੁਲ। ਸਾਰੇ ਜਿਹੜੇ ਆ ਬਜਟ ਟਾਈਮ ਤੇ ਕੱਢ ਲਿਆ। ਡੈਫੀਨਿਟਲੀ ਦੇ ਡੋਂਟ ਮੇਕ ਦਾ ਡੈਫੀਨਿਟਲੀ। ਹਾਂਜੀ। ਬੰਗਾ ਸਾਹਿਬ ਜਿਹੜਾ ਅਗਲਾ ਸਵਾਲ ਹੈ ਜੀ ਉਹ ਪ੍ਰਾਪਰਟੀ ਟੈਕਸ ਨੂੰ ਲੈ ਕੇ ਆ। ਹਾਂਜੀ। ਤੁਸੀਂ ਵੀ ਨੋਟ ਕੀਤਾ ਹੋਊਗਾ ਕਿ ਪਿਛਲੇ ਲਗਭਗ 2 ਸਾਲਾਂ ਤੋਂ ਐਡਮਿੰਟਨ ਸ਼ਹਿਰ ਦੇ ਵਿੱਚ ਜਿਹੜੇ ਘਰਾਂ ਦੀ ਕੀਮਤ ਆ ਲਗਭਗ ਹਰ ਸਾਲ ਘਟ ਰਹੀ ਆ। ਹਾਂਜੀ। ਪਰ ਲੋਕਾਂ ਦੇ ਪ੍ਰਾਪਰਟੀ ਟੈਕਸ ਜਾਂ ਤੇ ਉੱਥੇ ਦੇ ਉੱਥੇ ਖੜੇ ਨੇ ਜਾਂ ਵੱਧ ਰਹੇ ਨੇ। ਸੋ ਕੀ ਕਾਰਨ ਆ? ਹਾਂਜੀ। ਇਹਦਾ ਤਾਂ ਮੈਂ ਤੁਹਾਨੂੰ ਸਿੰਪਲ ਜਵਾਬ ਹੀ ਹੈਗਾ ਆ ਜੀ। ਕਿਉਂਕਿ ਇਹ ਜਿਹੜੀ ਪ੍ਰਾਪਰਟੀ ਟੈਕਸ ਆ ਨਾ ਇਹ ਜੇ ਹੁਣ ਆਪਾਂ ਕਹੀਏ ਅਸੀਂ ਸਾਲ ਦਾ ਜਿਹੜਾ ਆ ਉਹ ਜਿਹੜੇ ਪੈਸੇ ਖਰਚਣੇ ਆ ਉਹ ਤਕਰੀਬਨ ਅੱਜ ਤੋਂ ਕਹਿ ਲਓ 10 ਸਾਲਾਂ ਤੱਕ ਪਲਾਨ ਹੁੰਦੀ ਹੈ। ਜਿੱਦਾਂ ਹੁਣ ਆਪਣੇ LRT ਕਹਿ ਲਓ। ਬਿਲਕੁਲ। ਇਹ ਜਿਹੜੀ LRT ਆ 1 ਸਾਲ ਦੇ ਟੈਕਸ ਨਾਲ ਤਾਂ ਨਹੀਂ ਬਣਨੀ, ਇਹ ਬਣਨੀ ਹੈਗੀ ਮਲਟੀਪਲ ਈਅਰ ਦੇ ਟੈਕਸ ਨਾਲ। ਜੀ ਜੀ। ਤੇ ਉਹਦੀ ਜਿਹੜਾ ਸਿਟੀ ਦਾ ਪੋਰਸ਼ਨ ਆ ਤੇ ਉਹ ਜਿਹੜੀ ਪਲੈਨਿੰਗ ਹੁੰਦੀ ਆ ਬਹੁਤ ਪਹਿਲਾਂ ਹੋਈ ਹੁੰਦੀ ਆ। ਤੇ ਉਹ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ ਕੈਰੀ ਆਊਟ ਕਰਨ ਲਈ ਜਿਹੜੇ ਪੈਸੇ ਆ ਉਹ ਚਾਹੀਦੇ ਆ। ਉਹਨਾਂ ਤੋਂ ਤੁਸੀਂ ਬੈਕ ਆਊਟ ਹੋ ਨਹੀਂ ਸਕਦੇ ਕਿਉਂਕਿ ਕੰਟਰੈਕਟ ਦਿੱਤੇ ਹੋਏ ਨੇ। ਬਿਲਕੁਲ ਬਿਲਕੁਲ। ਤੇ ਉਹ ਜਿਹੜੀ ਆ ਜਦੋਂ ਟੈਕਸ ਕੈਲਕੂਲੇਟ ਕਰਦੇ ਆ ਤਾਂ ਉਹਦਾ ਜਿਹੜਾ ਇਸ ਹਿਸਾਬ ਨਾਲ ਬਣਾਉਂਦੇ ਆ ਵੀ ਟੋਟਲ ਜਿਹੜੀ ਆ ਮਨੀ ਕਿੰਨੀ ਖਰਚਣੀ ਆ ਇਸ ਸਾਲ 'ਚ, ਇਹ ਤੋਂ ਗਾਹਾਂ ਦੇ ਤੇ ਜਿਹੜੇ ਇੰਨੇ ਆ ਉਹ ਜਿਹੜੀ ਹੈ ਟੋਟਲ ਮਨੀ ਤੋਂ ਉਹਨੂੰ ਡਿਵਾਈਡਡ ਬਾਏ ਜਿਹੜੀ ਆ ਟੋਟਲ ਅਸੈਸਮੈਂਟ ਆਫ ਦਾ ਸਿਟੀ। ਅੱਛਾ ਜੀ। ਇਜ਼ ਇਕੁਅਲ ਟੂ ਟੈਕਸ ਫੈਕਟਰ। ਅੱਛਾ ਜੀ। then tax factor multiplied by your property value is actually the tax। ਜੀ ਜੀ। ਅੱਛਾ। ਤੇ ਹੁਣ ਜਦੋਂ ਉਹ ਟੈਕਸ ਦੀ ਕੈਲਕੂਲੇਸ਼ਨ ਹੋ ਗਈ, ਜਦੋਂ ਜਿਹੜਾ ਉੱਪਰਲੇ ਪੈਸੇ ਆ ਜੇ ਅਸੀਂ ਉਹ ਜ਼ਿਆਦਾ ਜਿੱਦਾਂ ਵੀ ਹੁਣ ਬਣਾਏ ਆ ਪ੍ਰੋਗਰਾਮ, ਉਹ ਕੰਟਰੈਕਟ ਦਿੱਤੇ ਹੋਏ ਨੇ ਤੇ ਜਿਹੜੀ ਪ੍ਰਾਪਰਟੀ ਦੀ ਜਿਹੜੀ ਵੈਲਿਊ ਆ ਉਹ ਕੱਲੀ ਤੁਹਾਡੀ ਨਹੀਂ ਘਟੀ, ਉਹ ਸਾਰੇ ਸਿਟੀ ਦੀ ਘਟ ਗਈ। ਜੀ ਜੀ। ਤੇ ਜਦੋਂ ਫਿਰ ਉਹਦੀ ਕੈਲਕੂਲੇਸ਼ਨ ਕਰਦੇ ਆ ਜਿਹੜਾ ਦੂਜਾ ਉਹ ਫਿਰ ਜਿਹੜਾ ਟੈਕਸ ਫੈਕਟਰ ਆ ਉਹ ਵੱਡਾ ਹੋ ਜਾਂਦਾ ਉਹਨਾਂ। ਜੀ। ਤਾਂ ਜਦੋਂ ਫਿਰ ਉਹਨੂੰ ਤੁਹਾਡੀ ਪ੍ਰਾਪਰਟੀ ਦੀ ਵੈਲਿਊ ਜੇ ਘਟ ਵੀ ਗਈ ਤਾਂ ਉਹ ਫਿਰ ਵੀ ਜਿੱਦਾਂ ਉੱਥੇ ਉਸੇ ਏਰੀਏ 'ਚ ਤੁਹਾਡਾ ਟੈਕਸ ਰਹਿੰਦਾ, ਥੋੜ੍ਹਾ ਜਿਹਾ ਵਾਧਾ ਹੀ ਆ ਤਕਰੀਬਨ। ਠੀਕ ਹੈ ਬੰਗਾ ਸਾਹਿਬ। ਹਾਂਜੀ। ਬੰਗਾ ਸਾਹਿਬ ਜਿਹੜਾ ਅਗਲਾ ਸਵਾਲ ਆ ਉਹ ਹੈਗਾ ਸਨੋ ਰਿਮੂਵਲ ਨੂੰ ਲੈ ਕੇ, ਕਿਉਂਕਿ ਸਨੋ ਰਿਮੂਵਲ ਅਲਬਰਟਾ ਵਿੱਚ ਕਿਉਂਕਿ ਕਾਫੀ ਵੱਡਾ ਮੁੱਦਾ ਵਾ। ਔਰ ਸਿਟੀ ਆਫ ਐਡਮਿੰਟਨ ਦੀ ਗੱਲ ਕਰੀਏ ਤੇ ਹਰ ਸਾਲ ਹੀ ਜਦੋਂ ਸਨੋ ਪੈਂਦੀ ਆ ਸਨੋ ਰਿਮੂਵਲ ਦਾ ਕੰਮ ਸ਼ੁਰੂ ਹੁੰਦਾ ਤੇ ਜਿਹੜੀਆਂ ਸਾਡੇ ਵਹੀਕਲ ਆਉਂਦੇ ਨੇ ਕਲੀਅਰ ਕਰਨ ਉਹ ਜਦੋਂ ਬਲੇਡ ਦੇ ਨਾਲ ਸਾਫ਼ ਕਰਦੇ ਆ ਉਹ ਸੜਕਾਂ ਪਹਿਲਾਂ ਨਾਲੋਂ ਵੀ ਵੱਧ ਸਲਿਪਰੀ ਹੋ ਜਾਂਦੀ ਆ। ਹਾਂਜੀ। ਕਈ ਵਾਰੀ ਤੇ ਦੇਖਣ 'ਚ ਆਇਆ ਵੀ ਨਾਲ ਦੇ ਨਾਲ ਸੈਂਡਿੰਗ ਹੋ ਜਾਂਦੀ ਹੈ।
ਪਰ ਕਈ ਵਾਰੀ ਸੈਂਡਿੰਗ ਨਾ ਹੋਣ ਕਰਕੇ ਸੜਕਾਂ 'ਤੇ ਖਾਸ ਕਰਕੇ ਜਿਹੜੇ ਇੰਟਰਸੈਕਸ਼ਨ ਨੇ ਜਾਂ ਸਟਾਪ ਸਾਈਨ ਨੇ ਉੱਥੇ ਇੰਨੀ ਕੁ ਸਲਿੱਪਰੀ ਹੋ ਜਾਂਦੀ ਆ ਕਿ ਕਈ ਵਾਰੀ ਸੈਂਕੜੇ ਐਕਸੀਡੈਂਟ ਜਿਹੜੇ ਹੋ ਜਾਂਦੇ ਨੇ, ਭਾਰੀ ਨੁਕਸਾਨ ਹੁੰਦਾ ਵਾ, ਪ੍ਰਾਪਰਟੀ ਦਾ ਵੀ ਕਈ ਵਾਰੀ ਜਾਨਾਂ ਦਾ ਵੀ ਹੋ ਜਾਂਦਾ। ਹਾਂਜੀ। ਸੋ ਇਹ ਸਾਰੇ ਜਿਹੜੇ ਐਕਸੀਡੈਂਟ ਵਗੈਰਾ ਹੁੰਦੇ ਨੇ ਇਹਦੇ ਵਾਸਤੇ ਸਿਟੀ ਦੀ ਕੋਈ ਲਾਇਬਿਲਿਟੀ, ਕੋਈ ਰਿਸਪੌਂਸਿਬਿਲਿਟੀ ਬਣਦੀ ਹੈ ਜੀ? ਸਿਟੀ ਦੀ ਰਿਸਪੌਂਸਿਬਿਲਿਟੀ ਇਹ ਹੈ ਜੀ, ਉਹਨਾਂ ਨੇ ਤੁਹਾਨੂੰ ਸੇਫ ਰੋਡ ਜਿਹੜੇ ਪ੍ਰੋਵਾਈਡ ਕਰਨੇ ਆ ਜੀ। ਸੇਫ ਦਾ ਮਤਲਬ ਇਹ ਨਹੀਂ ਵੀ ਜ਼ੀਰੋ ਕੋਲੀਜਨ, ਬਿਲਕੁਲ ਮਿਨੀਮਮ ਨੰਬਰ ਆਫ ਕੋਲੀਜਨਸ ਹੋਣ ਜੀ। ਤੇ ਉਹ ਹਾਂ ਤੁਹਾਡੀ ਗੱਲ ਇਹ ਠੀਕ ਹੈ, ਕਈ ਵਾਰੀ ਜਿਹੜੇ ਆ ਜਦੋਂ ਜਿਹੜੇ ਬਲੇਡਸ ਆ ਉਹ ਲਗਾ ਦਿੰਦੇ ਆ ਤੇ ਮੁੜ ਕੇ ਬਾਅਦ ਦੇ ਵਿੱਚ ਸਲਿੱਪਰੀ ਹੋ ਜਾਂਦੀ ਜ਼ਿਆਦਾ ਹੋ ਜਾਂਦੀ ਸਲਿੱਪਰੀ। ਹਾਂਜੀ, ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਹੈ ਵੀ ਨਹੀਂ ਹੋਵੇ ਜ਼ਿਆਦਾ, ਕਿਉਂਕਿ ਤੁਹਾਡੇ ਜਿਹੜੇ ਨਾਗਰਿਕ ਹੈ ਉਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਦਾ ਜਿਹੜਾ ਜ਼ਿੰਮੇਵਾਰੀ ਹੈ, ਬਿਲਕੁਲ ਜ਼ਿੰਮੇਵਾਰੀ ਆ। ਪਰ ਇਹ ਆ ਵੀ ਜੇ ਕਈ ਵਾਰੀ ਫਰਜ਼ ਕੀਤਾ ਜਿਹੜੇ ਉਹ ਇਕਵਿਪਮੈਂਟ ਆ ਉਹਨੂੰ ਉਹ ਜਿਹੜੀ ਆ ਦੂਜੀ ਸੈਂਡਿੰਗ ਇਕਵਿਪਮੈਂਟ ਆ ਨਹੀਂ ਫੋਲੋ ਕਰ ਸਕਦੀ ਇੰਨੀ ਛੇਤੀ ਜੀ, ਤਾਂ ਫਿਰ ਤੁਸੀਂ ਉਹਨਾਂ ਨੂੰ 311 ਕਰਕੇ ਦੱਸੋ ਤਾਂ ਉਹ ਜਿਹੜੇ ਆ ਕੇ ਤੁਹਾਨੂੰ ਉਸ ਰੋਡ ਨੂੰ। ਸੋ ਕਹਿਣ ਦਾ ਮਤਲਬ ਕਿ ਜਿਹੜੇ ਸਾਡੇ ਨਾਗਰਿਕ ਨੇ ਉਹਨਾਂ ਨੂੰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਅਗਰ ਉਹਨਾਂ ਨੂੰ ਲੱਗਦਾ ਵੀ ਕਿਸੇ ਏਰੀਆ ਦੇ ਵਿੱਚ ਸਨੋ ਰਿਮੂਵਲ ਨਹੀਂ ਹੋ ਰਹੀ ਜਾਂ ਸੈਂਡਿੰਗ ਨਹੀਂ ਹੋ ਰਹੀ ਤੇ ਉਹ 311 ਤੇ ਕਾਲ ਕਰਨ ਤੇ ਉਹ ਕੰਪਲੇਂਟ ਦੇਣ ਤੇ ਸਿਟੀ ਉੱਤੇ ਡੈਫੀਨਿਟਲੀ ਐਕਸ਼ਨ ਲਵੇਗੀ। ਹਾਂਜੀ। ਬੱਗਾ ਸਾਹਿਬ, ਜਿਹੜਾ ਅਗਲਾ ਸਵਾਲ ਆ ਉਹ ਹੈ ਕਿ ਗਾਰਬੇਜ ਨੂੰ ਲੈ ਕੇ, ਵੇਸਟ ਮੈਨੇਜਮੈਂਟ ਨੂੰ ਲੈ ਕੇ ਸਿਟੀ ਆਫ ਐਡਮਿੰਟਨ ਦਾ ਇੱਕ ਨਵਾਂ ਪ੍ਰਪੋਜ਼ਲ ਆ ਰਿਹਾ ਔਰ ਜਿਹੜਾ 12 ਫਰਵਰੀ ਤੱਕ ਉਹਦੇ ਵਿੱਚ ਕੁਝ ਉਹਨਾਂ ਨੇ ਤੁਹਾਡੀਆਂ ਰਿਕੁਐਸਟ ਵੀ ਮੰਗੀਆਂ ਨੇ, ਉਹ ਕੀ ਹੈ ਐਗਜ਼ੈਕਟਲੀ? ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਉਹ ਜਿਹੜਾ ਨਵਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਹੈ ਜੀ, ਉਹਦਾ ਜਿਹੜਾ ਗੋਲ ਇਹ ਆ ਵੀ ਉਹ ਜਿਹੜੀ ਆ ਵੇਸਟ ਆ, ਲੈਂਡ ਫਿਲ ਆ, ਉਹਦੇ ਦੇ ਵਿੱਚ ਨਾ ਜਿਹੜੀ ਗਾਰਬੇਜ ਦੀ ਕੰਟਰੀਬਿਊਸ਼ਨ ਆ ਮਿਨੀਮਮ ਹੋਵੇ, ਕਿਉਂਕਿ ਇਨਵਾਇਰਨਮੈਂਟਲੀ ਦੁਨੀਆ ਜਿੱਥੇ ਜਾ ਰਹੀ ਆ ਉਹ ਇਨਵਾਇਰਨਮੈਂਟ ਦਾ ਗਾਂ ਦਾ ਗਾਂ ਬਹੁਤ ਖਿਆਲ ਹੈ। ਤੇ ਉਹ ਜਿਹੜੀ ਆ ਪਹਿਲਾਂ ਤਾਂ ਇਹ ਸੀਗਾ ਨਾ ਵੀ ਚੱਕ ਕੇ ਗਾਰਬੇਜ ਛੱਡ ਦਿਓ ਜੋ ਕੁਝ ਹੋਏ। ਹੁਣ ਜਿਹੜਾ ਹਰੇਕ ਹੀ ਜਿਹੜੀ ਆਰਗੇਨਾਈਜੇਸ਼ਨ, ਹਰੇਕ ਹੀ ਸਿਟੀ ਆ, ਸਾਰੇ ਟਰਾਈ ਕਰਦੇ ਆ ਵੀ ਗਾਰਬੇਜ ਜਿਹੜਾ ਘੱਟ ਤੋਂ ਘੱਟ ਹੋਵੇ ਜੀ ਜੀ। ਤੇ ਹੁਣ ਇਹ ਜਿਹੜੀ ਆ ਇਹਨੂੰ ਕਹਿੰਦੇ ਆ ਜਿਹੜਾ ਸੋਰਸ ਸੈਪਰੇਟਿਡ ਗਾਰਬੇਜ ਜੀ ਜੀ, ਤਾਂ ਕਿ ਜਿਹੜਾ ਫੂਡ ਇੱਕ ਪਾਸੇ ਹੋਵੇ ਜਿਹੜੇ ਫੂਡ ਡਿਸਕਾਰਡ ਆ ਤੇ ਦੂਜਾ ਜਿਹੜਾ ਆ ਘਰ ਦਾ ਜਿਹੜਾ ਗਾਰਬੇਜ ਆ ਕਹ ਲਓ ਗੱਤੇ ਗੁੱਤੇ ਉਹ ਜਿਹਦੇ ਹੋਣ ਤਾਂ ਦੂਜੇ ਜਿਹੜੇ ਆ ਰੀਸਾਈਕਲੇਬਲ ਉਹ ਜਿਹੜੇ ਆ ਉਹ ਤੀਜੇ 'ਚ ਹੋਣ ਜੀ। ਤਾਂ ਹੁਣ ਇਹ ਆ ਵੀ ਉਹ ਜਿਹੜੇ ਆ ਕਾਰਟਾਂ ਜਿਹੜੀਆਂ ਦੇਣੀਆਂ ਉਹਨਾਂ ਨੇ ਮਾਰਚ ਤੋਂ ਸ਼ੁਰੂ ਕਰ ਦੇਣੀਆਂ। ਪਹਿਲਾਂ ਤਾਂ ਪਾਇਲਟ ਪ੍ਰੋਜੈਕਟ ਕੀਤਾ ਸੀਗਾ ਜੀ ਤੇ ਹੁਣ ਮਾਰਚ ਦੇ 15 ਤੋਂ ਮੈਨੂੰ ਲੱਗਦਾ ਸ਼ੁਰੂ ਕੀਤੀਆਂ, ਤਾਂ ਉਹ ਫਿਰ ਕਰਨੀਆਂ ਤੇ ਉਹ ਜੁਲਾਈ ਦੇ ਅੱਧ ਤੱਕ ਹੋ ਜਾਣੀਆਂ, ਜੁਲਾਈ ਅਗਸਤ ਤੱਕ ਹੋ ਜਾਣਗੇ। ਹਾਂਜੀ, ਪਰ ਉਹ ਫਿਰ ਇੱਦਾਂ ਵੀ ਉਹਦੇ 'ਚ ਇੱਕ ਤਾਂ ਉਹ ਦੂਜਾ ਗ੍ਰੀਨ ਕਾਰਡ ਹੋਊਗਾ ਜਿਹਦੇ ਵਿੱਚ ਤੁਸੀਂ ਫੂਡ ਤੇ ਜਿਹੜੀ ਆ ਕਹਿ ਲਓ ਸਕ੍ਰੈਪ ਪਾ ਸਕਦੇ ਆ ਜਾਂ ਉਹ ਪਾ ਸਕਦੇ ਆ, ਉਹ ਜਿਹੜੀ ਆ ਹਰੇਕ ਵੀਕੇ ਪਿਕ ਕਰੀ ਜਾਊਗੀ। ਠੀਕ ਹੈ ਜੀ। ਤੇ ਦੂਜਾ ਜਿਹੜਾ ਆ ਉਹ ਹੈਗਾ ਆ ਜਿਹੜਾ ਤੁਸੀਂ ਗਾਰਬੇਜ ਜਿਹੜਾ ਜਿਹਨੂੰ ਹੋ ਹੀ ਨਹੀਂ ਕੁਛ ਸਕਦਾ ਜੀ ਜੀ, ਉਹ ਜਿਹੜੀ ਆ ਉਹ ਇਹ ਆ ਵੀ ਉਹ ਜਿਹੜਾ ਆ ਉਹ 2 ਵੀਕੀ ਜੀ। ਠੀਕ ਹੈ। ਤੇ ਜਿਹੜਾ ਤੀਜਾ ਆ ਉਹ ਹੈਗਾ ਆ ਪਰ ਉਹ 2 ਵੀਕੀ ਵੀ ਜਿਹੜਾ ਆ ਉਹ ਵੀ ਆ ਵੀ ਸਿਆਲ ਨੂੰ 2 ਵੀਕੀ ਆ, ਪਰ ਦੂਜੇ ਸਮਰ ਤਾਂ ਫਾਲ ਨੂੰ ਉਹ ਵੀਕਲੀ ਆ। ਬੰਗਾ ਸਾਹਿਬ, ਇੱਥੇ ਇੱਕ ਸਵਾਲ ਇਹ ਬਣਦਾ ਵਾ ਕਿ ਇਸ ਪਾਲਿਸੀ ਦੇ ਅਧੀਨ 2 ਤਰ੍ਹਾਂ ਦੇ ਕਾਰਟ ਹੋਣਗੇ, ਇੱਕ ਸਮਾਲ ਆ ਤੇ ਇੱਕ ਬਿਗ ਆ। ਹਾਂਜੀ। ਇੱਕ 140 ਲੀਟਰ ਦਾ, ਦੂਜਾ 120 ਤੇ 240 ਲੀਟਰ ਦਾ। ਹਾਂਜੀ। ਸੋ ਸਵਾਲ ਇਹ ਆ ਕਿ ਜਿਹੜਾ ਪਹਿਲਾਂ ਹੀ ਅਸੀਂ ਜਿੱਦਾਂ ਐਪਕੋਰ ਦੇ ਬਿੱਲ ਆਉਂਦੇ ਨੇ ਜਾਂ ਐਟਕੋ ਦੇ ਬਿੱਲ ਆਉਂਦੇ ਨੇ ਉਹਦੇ ਵਿੱਚ ਵੇਸਟ ਜਾਂ ਗਾਰਬੇਜ ਦੇ ਬਿੱਲ ਲੱਗੇ ਹੁੰਦੇ ਨੇ, ਹਾਂਜੀ, ਕੀ ਇਹ ਅਲੱਗਾ ਬਿੱਲ ਹੋਣਗੇ ਜਾਂ ਉਹਦੇ ਅੰਡਰ ਹੀ ਕਵਰ ਹੋਏਗਾ? ਕਿਉਂਕਿ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਵੀ ਕਿਤੇ ਨਵਾਂ ਟੈਕਸ ਤਾਂ ਨਹੀਂ ਸਿਟੀ ਲਾਉਣ ਲੱਗੀ? ਨਹੀਂ, ਇਹ ਨਵਾਂ ਟੈਕਸ ਨਹੀਂ ਹੈਗਾ। ਇਹ ਜਿਹੜੇ ਬਿੱਲ ਆ ਇਹ ਉਹਦੇ ਵਿੱਚ ਹੀ ਆਉਣੇ ਆ ਜੀ ਜੀ। ਜਿਹੜਾ ਐਪਕੋ ਦਾ ਤੁਹਾਨੂੰ ਬਿੱਲ ਆਉਂਦਾ ਆ ਉਹਦੇ ਵਿੱਚ ਹੀ ਜਿਹੜੇ ਆ ਜਿੱਦਾਂ ਇਲੈਕਟ੍ਰਿਕ ਚਾਰਜਸ, ਇਲੈਕਟ੍ਰਿਸਿਟੀ ਚਾਰਜਸ ਹੁੰਦੇ ਆ, ਪਾਣੀ ਦੇ ਚਾਰਜਸ, ਇਹ ਭਾਵੇਂ ਜਿਹੜੀ ਡਿਪਾਰਟਮੈਂਟ ਆ ਸਿਟੀ ਰਨ ਕਰਦੀ ਆ ਜੀ, ਤੇ ਪਰ ਉਹਦਾ ਜਿਹੜਾ ਆ ਜਿਹੜਾ ਕਹਿ ਲਓ ਬਿੱਲ ਆ ਉਹ ਸਾਰਾ ਐਪਕੋ ਦੇ ਥਰੂ ਆਉਂਦਾ। ਠੀਕ ਹੈ, ਉਹੀ ਬਿੱਲ ਹੈ। ਠੀਕ ਹੈ ਜੀ। ਔਰ ਇਹਦੇ ਵਿੱਚ ਤੁਸੀਂ ਛੋਟਾ ਜਾਂ ਵੱਡਾ ਜਿਹੜਾ ਵਾ ਕਾਰਡ ਆਪਣੀ ਲੋੜ ਦੇ ਅਨੁਸਾਰ ਚੂਜ਼ ਕਰ ਸਕਦੇ ਜੀ? ਹਾਂਜੀ, ਉਹ ਕਰ ਸਕਦੇ ਆ ਤੇ ਤਕਰੀਬਨ $4.5 ਦਾ ਫਰਕ ਹੈ ਜੇ ਤੁਸੀਂ 120 ਲੀਟਰ ਦਾ ਲੈਣੇ ਆ, ਜੇ 240 ਦਾ ਥੋੜਾ ਜਿਹਾ ਜ਼ਿਆਦਾ। ਜਿਹੜਾ ਛੋਟਾ ਵਾ ਉਹਦਾ 45 ਕਿਲੋ ਦਾ। ਮੇਨ ਆਈਡੀਆ ਇਸ ਸਾਰੇ ਪ੍ਰੋਗਰਾਮ ਦਾ ਇਹ ਆ ਵੀ ਜਿਹੜੀ ਗਾਰਬੇਜ ਡਿਸਪੋਜ਼ਲ ਆ ਉਹ 90% ਜਿਹੜੀ ਆ
ਉਹ ਰੀਸਾਈਕਲ ਹੋ ਸਕੇ, ਉਹ ਗਾਰਬੇਜ ਲੈਂਡਫਿਲ ਨੂੰ ਨਾ ਜਾਵੇ। ਜੀ ਜੀ, ਨਹੀਂ ਬਹੁਤ ਵਧੀਆ ਪ੍ਰੋਜੈਕਟ ਆ ਜੀ। ਔਰ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਆ ਕਿ 12 ਫਰਵਰੀ ਤੱਕ ਅਗਰ ਤੁਸੀਂ ਪਰਿਵਾਰ ਜਿਹੜਾ ਤੁਹਾਡਾ ਵਾ 1 ਜਾਂ 2 ਮੈਂਬਰ ਦਾ ਵਾ ਔਰ ਤੁਸੀਂ ਛੋਟਾ ਬਿਨ ਚਾਹੁੰਦੇ ਜੇ ਤੇ ਤੁਸੀਂ ਰਿਕੁਐਸਟ ਕਰ ਸਕਦੇ ਜੇ। ਇਹ ਦੱਸ ਦਿਓ ਜੀ ਰਿਕੁਐਸਟ ਕਿੱਥੇ ਕਰਨੀ ਆ? ਰਿਕੁਐਸਟ ਤੁਸੀਂ ਕਰ ਸਕਦੇ ਆ ਜੀ, ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ edmonton.ca/waste, ਠੀਕ ਹੈ ਜੀ। ਤੇ ਉਸ ਵੈਬਸਾਈਟ 'ਤੇ ਜਾ ਕੇ ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਹੋਊਗੀ ਤੇ ਤੁਸੀਂ ਉੱਥੇ ਜਾ ਉਹਨਾਂ ਨਾਲ ਕੰਸਲਟ ਕਰੋ ਵੀ ਸਾਨੂੰ ਆ ਵੱਡੀ ਚਾਹੀਦੀ ਹੈ ਜਾਂ ਛੋਟੀ ਚਾਹੀਦੀ ਆ, ਜਾਂ ਫਿਰ ਮੇਰੇ ਆਫਿਸ ਨੂੰ ਫੋਨ ਕਰ ਲਓ ਜੀ ਜੀ, ਅਸੀਂ ਉਹਨਾਂ ਦੀ ਫੋਨ ਕਾਲ ਰਿਟਰਨ ਕਰਾਂਗੇ, ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ ਵੀ ਆਹ ਹੋ ਸਕਦਾ। ਤੇ ਬਾਕੀ ਜੇ ਤੁਸੀਂ ਸਿਲੈਕਟ ਵੀ ਕਰ ਲਿਆ ਚਾਹੇ 120 ਦਾ ਚਾਹੇ 240 ਦਾ, ਇਹ ਨਹੀਂ ਵੀ ਤੁਸੀਂ ਉਹਦੇ ਨਾਲ ਸਟਕ ਹੋ ਗਏ ਆ, ਉਹ ਤੁਸੀਂ ਫੇਰ ਵੀ ਚੇਂਜ ਕਰ ਸਕਦੇ ਆ। ਉਹ ਤੁਹਾਨੂੰ ਬਿਲਕੁਲ, ਅਗਰ ਤੁਹਾਨੂੰ ਲੱਗੇ ਵੀ ਭਾਈ ਮੇਰਾ ਜਿਹੜਾ ਗਾਰਬੇਜ ਆ ਘੱਟ ਹੁੰਦਾ ਵਾ ਤੁਸੀਂ ਛੋਟਾ ਲੈ ਸਕਦੇ ਜੇ। ਅਗਰ ਤੁਹਾਨੂੰ ਲੱਗਦਾ ਵੀ ਮੇਰਾ ਗਾਰਬੇਜ ਵੱਧ ਹੁੰਦਾ ਵਾ ਤਾਂ ਤੁਸੀਂ ਵੱਡਾ ਕਾਰਡ ਵੀ ਰਿਕੁਐਸਟ ਕਰ ਸਕਦੇ ਜੇ। ਬੰਗਾ ਸਾਹਿਬ ਇੱਕ ਜਾਂਦਾ ਇੱਕ ਹੋਰ ਸਵਾਲ ਪੁੱਛਣਾ ਵਾ। ਇਹ ਕੁਝ ਨੇਬਰਹੁੱਡਸ ਨੇ, ਉਹਨਾਂ ਦੇ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਵੱਲੋਂ ਸਵਾਲ ਆਇਆ ਸੀਗਾ, ਸਾਨੂੰ ਫੋਨ ਕਾਲਸ ਆਈਆਂ ਸੀਗੀਆਂ ਕਿ ਉੱਥੇ ਟ੍ਰੈਫਿਕ ਸਾਈਨਸ ਹੈ ਨਹੀਂ ਗੇ, ਸਪੀਡ ਪੋਸਟ ਨਹੀਂ ਕੀਤੀ। ਨੋ ਡਾਊਟ ਕਿ ਅੰਡਰਸਟੂਡ ਹੁੰਦਾ ਵਾ ਕਿ ਜਿਹੜਾ ਰੈਜ਼ੀਡੈਂਸ਼ੀਅਲ ਏਰੀਆ ਉੱਥੇ 50 ਦੀ ਸਪੀਡ ਆ, ਪਰ ਗਰਮੀਆਂ ਦੇ ਵਿੱਚ ਕਈ ਲੋਕ ਜਿਹੜੇ ਨੇ ਗੱਡੀਆਂ ਉੱਥੇ ਬਹੁਤ ਤੇਜ਼ੀ ਨਾਲ ਭਜਾਉਂਦੇ ਨੇ, 70-80 ਦੀ ਸਪੀਡ ਤੱਕ ਆ ਜਾਂਦੇ ਨੇ। ਸਾਡੇ ਬੱਚੇ ਉੱਥੇ ਖੇਡਦੇ ਹੁੰਦੇ ਕਈ ਵਾਰ, ਉਹਨਾਂ ਦੀ ਸੇਫਟੀ ਬਹੁਤ ਇੰਪੋਰਟੈਂਟ ਆ। ਸੋ ਉਸ ਸੰਬੰਧ ਦੇ ਵਿੱਚ ਕੀ ਰੈਜ਼ੀਡੈਂਟਸ ਤੁਹਾਨੂੰ ਜਾਂ ਸਿਟੀ ਨੂੰ ਅਪਰੋਚ ਕਰ ਸਕਦੇ ਨੇ ਕਿ ਉੱਥੇ ਕੋਈ ਟ੍ਰੈਫਿਕ ਸਾਈਨ, ਸਪੀਡ ਸਾਈਨ ਲਗਾ ਦਿੱਤੇ ਜਾਣ ਜਾਂ ਕਿਸੇ ਤਰੀਕੇ ਨਾਲ ਉੱਥੇ ਸਪੀਡ ਬ੍ਰੇਕਰ ਵਗੈਰਾ ਬਣਾ ਦਿੱਤੇ ਜਾਣ? ਹਾਂਜੀ, ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਿਹੜੀ ਸਿਟੀ ਦੇ ਵਿੱਚ ਜਦੋਂ ਜਿਹੜੀ ਕਹਿੰਦੇ ਸਾਈਨਾਂ ਦੀ ਪ੍ਰੋਲੀਫਰੇਸ਼ਨ ਆ, ਵੀ ਜ਼ਿਆਦਾ ਹੀ ਸਾਈਨ ਨਾਲ ਲੱਗੇ ਹੋਣ, ਉਹ ਜਿਹੜੀ ਆ ਟਰਾਈ ਕਰਦੇ ਆ ਵੀ ਘੱਟ, ਕਿਉਂਕਿ ਉਹ ਵੀ ਨਿਊਸੈਂਸ ਸਮਝੇ ਲੋਕ। ਬਿਲਕੁਲ ਬਿਲਕੁਲ। ਤੇ ਜਦੋਂ ਕੋਈ ਸਪੀਡ ਜਿੱਦਾਂ ਹੁਣ ਤੁਸੀਂ ਕਹਿ ਲਓ ਵੀ 80 ਤੋਂ ਜਾਂ 60 ਤੋਂ ਜਦੋਂ ਤੁਸੀਂ ਸਪੀਡ ਚੇਂਜ ਹੁੰਦੇ ਆ, ਉਦੋਂ ਜਿਹੜੇ ਬੋਰਡ ਆ ਲਾ ਦਿੰਦੇ ਆ ਜੀ। ਪਰ ਹਾਂ ਜੇ ਕਿਸੇ ਨੂੰ ਲੱਗਦਾ ਵੀ ਆਹ ਜਿਹੜਾ ਏਰੀਆ ਆ ਅਨਸੇਫ ਆ, ਉਹ ਅਗੇਨ 311 ਵੀ ਕਰ ਸਕਦੇ ਆ ਤੇ ਮੇਰੇ ਆਫਿਸ ਨੂੰ ਵੀ ਕੰਟੈਕਟ ਕਰ ਸਕਦੇ ਆ, ਤਾਂ ਕਿ ਉਹਦਾ ਜਿਹੜਾ ਉਸ ਏਰੀਏ ਦਾ ਉਹਦਾ ਰੀਜ਼ਨਿੰਗ ਜਿਹੜੀ ਆ ਵੀ ਕਿਉਂ ਲੋਕ ਸਪੀਡ ਕਰਦੇ ਆ। ਇਜ਼ ਇਟ ਜਸਟ ਬਿਕਾਜ਼ ਵੀ ਕੋਈ ਸਪੀਡ ਕਰਨਾ ਚਾਹੁੰਦਾ ਜਾਂ ਕੋਈ ਹੋਰ ਉਹਦੇ 'ਚ ਫੈਕਟਰ ਆ, ਵੀ ਉਹ ਅਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ ਵੀ ਤੁਸੀਂ ਜਾ ਕੇ ਐਨਲਾਈਜ਼ ਕਰੋ। ਬੰਗਾ ਸਾਹਿਬ, ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਕੋਈ ਖਾਸ ਸੁਨੇਹਾ ਦੇਣਾ ਚਾਹੋ ਤੁਸੀਂ? ਸੁਨੇਹਾ ਇਹ ਹੀ ਹੈ ਜੀ ਵੀ ਇੱਕ ਤਾਂ ਇਹ ਆ ਵੀ ਸਾਨੂੰ ਸਾਰਿਆਂ ਨੂੰ ਕੋਈ ਵੀ ਜਿਹੜੀ ਸਿਟੀ ਦੀ ਪਾਲਿਸੀ ਬਣਦੀ ਆ ਜਾਂ ਕੋਈ ਪ੍ਰੋਸੀਜਰ ਆ, ਉਹਦੇ ਵਿੱਚ ਸਾਰੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਇਨਪੁੱਟ ਦੀ ਲੋੜ ਆ। ਕਈ ਵਾਰੀ ਮੈਨੂੰ ਇਹ ਥੋੜ੍ਹਾ ਜਿਹਾ ਦੁੱਖ ਹੁੰਦਾ ਵੀ ਅਸੀਂ ਜਦੋਂ ਕੋਈ ਵੀ ਜਿਹੜੀ ਇਨਪੁੱਟ ਦੇਣੀ ਹੁੰਦੀ ਆ ਤਾਂ ਅਸੀਂ ਖਿਆਲ ਨਹੀਂ ਕਰਦੇ, ਪਰ ਅਸੀਂ ਉਹ ਵੇਟ ਕਰਦੇ ਹਾਂ ਜਦੋਂ ਉਹ ਕੋਈ ਲਾਅ ਬਣ ਜਾਂਦਾ, ਫਿਰ ਅਸੀਂ ਜਿਹੜਾ ਆ ਫਿਰ ਅਸੀਂ ਕੰਪਲੇਨ ਜ਼ਰੂਰ ਕਰਦੇ ਹਾਂ। ਬਿਲਕੁਲ। ਤਾਂ ਜਿਸ ਵੇਲੇ ਇਨਪੁੱਟ ਦੇਣੀ ਹੁੰਦੀ ਆ ਉਸ ਵੇਲੇ ਜਿਹੜਾ ਆ ਕਈ ਗਰੁੱਪ ਆ ਜਿਹੜੇ ਚਾਹੇ ਕੋਈ ਕਹਿ ਲਓ ਬਾਈਸਾਈਕਲ ਵਾਲਾ ਕਹਿ ਲਓ ਜਾਂ ਹੋਰ ਜਦੋਂ ਉਹ ਇਨਪੁੱਟ ਦਿੰਦੇ ਆ ਤਾਂ ਉਹ ਸਾਰੇ ਇਕੱਠੇ ਹੋ ਕੇ ਆਉਂਦੇ ਆ, ਤੇ ਜਿਹੜੇ ਜਿਨ੍ਹਾਂ ਨੇ ਹੋਰ ਸਪੋਰਟ ਕਰਨਾ ਹੁੰਦਾ ਜਾਂ ਪ੍ਰੋਗਰਾਮ ਦਾ ਟੈਕਸ ਦੇ ਥਰੂ ਜਵਰ, ਉਹ ਕਈ ਵਾਰੀ ਜਿਹੜਾ ਆ ਆਪਣੀ ਜਿਹੜੀ ਆਵਾਜ਼ ਆ ਉਹ ਆਪਣੇ ਕੋਲ ਹੀ ਰੱਖ ਛੱਡਦੇ ਆ, ਉਹ ਕਿਸੇ ਨੂੰ ਦੱਸਦੇ ਨਹੀਂ ਹੈਗੇ। ਸੋ ਪਲੀਜ਼ ਜਿਹੜੀ ਤੁਸੀਂ ਨੇਬਰਹੁੱਡ 'ਚ ਰਹਿਣਾ ਉਹਦਾ ਭਲੇ ਬਾਰੇ ਤੁਸੀਂ ਸੋਚਣਾ, ਤੇ ਉਹ ਸਾਨੂੰ ਆਪਣੀ ਫੀਡਬੈਕ ਜ਼ਰੂਰ ਦਿਓ। ਇਹ ਜਿਹੜੇ ਸਰਵੇ ਤੁਹਾਡੇ ਕੋਲ ਆਉਂਦੇ ਆ ਸਿਟੀ ਵੱਲੋਂ, ਐਡਮਿਟਨ ਸਰਵੇ, ਤਾਂ ਪਲੀਜ਼ ਪਾਰਟਿਸਿਪੇਟ ਇਨ ਦੇਅਰ ਐਂਡ ਲੈਟ ਅਸ ਨੋ ਹਾਊ ਡੂ ਯੂ ਫੀਲ, ਤਾਂ ਕਿ ਤੁਹਾਡੇ ਤੋਂ ਕਾਨੂੰਨ ਤਾਂ ਪਾਸ ਹੋ ਹੀ ਜਾਣੇ ਆ, ਫਿਰ ਤੁਹਾਡੀ ਰਾਏ ਤੋਂ ਬਗੈਰ ਹੀ ਹੋ ਜਾਣਗੇ। ਬਿਲਕੁਲ। ਸੈਕੰਡਲੀ ਅਸੀਂ ਤੁਹਾਡੇ ਰਿਸੋਰਸਿਸ ਆ ਜਿਹੜੇ ਮੇਰਾ ਆਫਿਸ 311, ਜੇ ਕਿਸੇ ਨੂੰ ਕੋਈ ਵੀ ਸਵਾਲ ਹੈਗਾ ਆ ਜਾਂ ਕੋਈ ਕੰਪਲੇਂਟ ਆ, ਪਹਿਲਾਂ 311 ਨੂੰ ਕਰੋ ਜੀ, ਤਾਂ ਕਿ ਉਹ ਜਿਹੜੀ ਆ ਉਹਦਾ ਇਮੀਡੀਏਟ ਸੋਲੂਸ਼ਨ ਹੋ ਸਕੇ। ਜੇ ਉਹ ਨਹੀਂ ਵਰਕ ਕਰਦਾ ਫਰਜੀ ਦਾ, ਤੁਸੀਂ 2-3 ਵਾਰੀ ਕੀਤਾ ਤਾਂ ਮੇਰੇ ਆਫਿਸ ਨੂੰ ਫੋਨ ਕਰ ਲਓ 7804968148, ਜਾਂ ਈਮੇਲ ਕਰ ਦਿਓ ਮੇਰੇ ਆਫਿਸ ਨੂੰ mohinder.banga@edmonton.ca,
ਤੇ ਉਹ ਫਿਰ ਅਸੀਂ ਉਹਦੀ ਪੈਰਵਾਈ ਕਰਾਂਗੇ। ਤੇ ਬਾਕੀ ਮੇਰੇ ਵੱਲੋਂ ਤਾਂ ਇਹੀ ਸੁਨੇਹਾ ਵੀ ਜਿਹੜੀ ਨੇਬਰਹੁੱਡ ਦੇ ਵਿੱਚ ਆਪਾਂ ਸਾਰਿਆਂ ਨੇ ਰਹਿਣਾ, ਜਿਹੜੀ ਸਿਟੀ ਦੇ ਵਿੱਚ ਰਹਿਣਾ, ਲੈਟਸ ਬਿਲਡ ਇਟ ਟੁਗੇਦਰ। ਬੜੀ ਮਿਹਰਬਾਨੀ। ਬੰਗਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਕੱਢਿਆ ਔਰ ਸਾਡੇ ਦਰਸ਼ਕਾਂ ਦੇ ਨਾਲ ਸਿਟੀ ਐਡਮਿਨਿਸਟ੍ਰੇਸ਼ਨ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ। ਆਸ ਕਰਦੇ ਹਾਂ ਕਿ ਫਿਊਚਰ ਦੇ ਵਿੱਚ ਫੇਰ ਆਓਗੇ ਤੁਸੀਂ ਔਰ ਹੋਰ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਮੁੱਦੇ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਾਂਗੇ। ਬਹੁਤ ਬਹੁਤ ਧੰਨਵਾਦ। ਬੜੀ ਮਿਹਰਬਾਨੀ। ਸੋ ਇਹ ਸਨ ਸਰਦਾਰ ਮਹਿੰਦਰ ਸਿੰਘ ਬੰਗਾ, ਜਿਹੜੇ ਕਿ ਸਿਟੀ ਆਫ ਐਡਮਿੰਟਨ ਦੀ ਵਾਰਡ ਨੰਬਰ 12 ਦੇ ਰੈਪਰੈਜ਼ੈਂਟੇਟਿਵ ਹਨ। ਔਰ ਇਹਨਾਂ ਦੀ ਇੱਕ ਖਾਸ ਅਪੀਲ ਹੈ ਤੁਹਾਨੂੰ ਕਿ ਸਿਟੀ ਆਫ ਐਡਮਿੰਟਨ ਦੇ ਜਿੰਨੇ ਵੀ ਪ੍ਰੋਜੈਕਟਸ ਪ੍ਰਪੋਜ਼ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ, ਪਾਰਟਿਸਿਪੇਸ਼ਨ ਕਰਿਆ ਕਰੋ, ਤਾਂ ਕਿ ਤੁਹਾਡੀ ਵੀ ਸ਼ਮੂਲੀਅਤ ਹੋ ਜੇ ਡਿਸੀਜਨ ਮੇਕਿੰਗ ਦੇ ਪ੍ਰੋਸੈਸ ਦੇ ਵਿੱਚ। ਸੋ ਮੈਨੂੰ ਆਸ ਹੈ ਵੀ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਸੀਂ ਆਪਣੀ ਫੀਡਬੈਕ ਸਾਨੂੰ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਦੇ ਉੱਪਰ ਦੇ ਸਕਦੇ ਜੇ। ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਇੱਥੇ ਦਿਓ ਇਜਾਜ਼ਤ। ਧੰਨਵਾਦ। Thank you.